ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਇਆ ਅੰਦਰ ਪਾਪ ਪੁੰਨ ਦੋਏ ਭਾਈ, ਦੋਹੀ ਮਿਲ ਕੇ ਸ੍ਰਿਸ਼ਟੀ ਉਪਾਈ। ਦੋ ਮੈਂ ਮਾਰ ਜਾਏ ਇਕਤ ਘਰ, ਆਵੇ ਗੁਰਮਤਿ ਸਹਿਜ ਸਮਾਵਣਿਆ। ਦੋ ਮੈਂ ਮਾਰ ਜਾਏ ਇਕਤ ਘਰ, ਆਵੇ ਗੁਰਮਤਿ ਸਹਿਜ ਸਮਾਵਣਿਆ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ। ਕੱਲ੍ਹ ਆਪਾਂ ਇਹ ਸ਼ਬਦ ਦੇ ਪਹਿਲੇ 4 ਪਦੇ ਸਰਵਣ ਕੀਤੇ ਸੀ। ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੂੰ ਕਿਵੇਂ ਪਾਇਆ ਜਾ ਸਕਦਾ ਹੈ, ਉਹ ਕਿੱਥੇ ਵਸਦਾ ਹੈ। ਮੁਸਲਮਾਨ ਵੀਰ ਕਹਿੰਦੇ ਹਨ ਕਿ ਉਹ 7ਵੇਂ ਆਕਾਸ਼ਾਂ ਵਿੱਚ ਵਸਦਾ, 7ਵੇਂ ਅਸਮਾਨਾਂ ਵਿੱਚ ਵਸਦਾ। ਹਿੰਦੂ ਮਤ ਵਾਲੇ ਕਹਿੰਦੇ ਹੈ ਕਿ ਪਰਮੇਸ਼ਰ ਜਿਹੜਾ ਹੈ, ਰਾਮ ਜਿਹੜਾ ਹੈ, ਉਹ ਦਵਾਰਕਾਪੁਰੀ ਅਯੁੱਧਿਆਪੁਰੀ ਰਹਿੰਦਾ। ਤੁਸੀਂ ਦੱਸੋ ਕਿੱਥੇ ਰਹਿੰਦਾ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਹਰ ਥਾਂ 'ਤੇ ਹਰੇਕ ਦੇ ਵਿੱਚ ਰਹਿੰਦਾ। ਦੁਨੀਆ ਉਹਨੂੰ ਬਾਹਰੋਂ ਲੱਭਦੀ ਆ। 7ਵਾਂ ਆਕਾਸ਼ ਕੋਈ ਉੱਪਰ ਆਕਾਸ਼ਾਂ ਵਿੱਚ ਨਹੀਂ, ਇਹ ਆਕਾਸ਼ ਵੀ ਤੁਹਾਡੇ ਅੰਦਰ ਹੀ ਆ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪੂਰੇ ਬ੍ਰਹਮੰਡ ਦਾ ਨਕਸ਼ਾ ਹਰੇਕ ਦਾ ਸਰੀਰ ਹੈ। ਇੱਕ ਸਰੀਰ ਪੂਰੇ ਬ੍ਰਹਮੰਡ ਦਾ ਨਕਸ਼ਾ ਹੈ। ਜਿਸ ਤਰ੍ਹਾਂ ਥੱਲੇ ਪਤਾਲ ਹਨ, ਧਰਤੀ ਦੇ ਉੱਪਰ ਆਕਾਸ਼ ਹੈ, ਵਿਚਾਲੇ ਨਭ ਹੈ, ਖਾਲੀ ਥਾਂ ਹੈ। ਇਸੇ ਤਰ੍ਹਾਂ ਹੀ ਸਾਡੇ ਸਰੀਰ ਦੇ ਅੰਦਰ ਸੈਂਟਰ ਵਿੱਚ ਨਾਭੀ ਹੈ। ਨਾਭੀ ਤੋਂ ਹੇਠਾਂ ਨੂੰ 7 ਪਤਾਲ ਹਨ ਅਤੇ ਨਾਭੀ ਤੋਂ ਉੱਪਰ ਨੂੰ 7 ਆਕਾਸ਼ ਹੈ। ਅਤੇ 7ਵਾਂ ਆਕਾਸ਼ ਸਰੀਰ ਦਾ ਬਣਦਾ 10ਵਾਂ ਦੁਆਰ ਆ, ਅਗਮ ਅਪਾਰ। 10ਵਾਂ ਦੁਆਰ ਜੋ ਸਭ ਤੋਂ ਉੱਤੇ ਹੈ। ਇਸ ਕਰਕੇ ਮੁਸਲਮਾਨਾਂ ਨੇ ਜੋ ਕਿਹਾ 7ਵੇਂ ਅਸਮਾਨ ਵਿੱਚ ਰਹਿੰਦਾ ਹੈ, ਅਸਲ ਵਿੱਚ ਉਹ ਮਨੁੱਖ ਦੇ 10ਵੇਂ ਦੁਆਰੇ ਵਿੱਚ ਰਹਿੰਦਾ ਹੈ। 10ਵਾਂ ਦੁਆਰਾ ਅਗਮ ਅਪਾਰਾ, ਪਰਮ ਪੁਰਖ ਕੀ ਘਾਟੀ ਉੱਪਰ ਹਾਟ, ਹਾਟ ਪਰ ਆਲਾ, ਆਲੇ ਭੀਤਰ ਥਾਤੀ। ਇਹਦੇ ਵਿੱਚ ਹੀ ਰਹਿੰਦਾ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨੁੱਖ ਨੂੰ ਬਾਹਰ ਜਾ ਕੇ ਲੱਭਣ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਹੀ ਜਾਵੇ। ਇਸ ਕਾਇਆ ਦੇ ਵਿੱਚ ਹੋਰ ਕੀ ਕੁਝ ਹੈ। ਇਸ ਕਾਇਆ ਅੰਦਰ ਸਭ ਕੁਛ ਵਸੈ, ਖੰਡ ਮੰਡਲ ਪਾਤਾਲਾ। ਇਸ ਸਰੀਰ ਦੇ ਵਿੱਚ ਖੰਡ, ਜਿਸ ਤਰ੍ਹਾਂ ਧਰਤੀ 9 ਖੰਡ ਧਰਤੀ ਹੈ, ਇਹ 9 ਖੰਡ ਇਹਦੇ ਵਿੱਚ ਵੀ ਵਸਦੇ ਹੈ। ਇਹਦੇ ਵਿੱਚ ਪਤਾਲ ਵੀ ਹੈ, ਆਕਾਸ਼ ਵੀ ਹੈ। ਇਸ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ ਵਸੈ, ਜੋ ਸਭਨਾ ਕਰੇ ਪ੍ਰਤਪਾਲਾ। ਇਹਦੇ ਵਿੱਚ ਇਹ ਤਿੰਨੇ ਦੇਵਤੇ ਜਿਹਨੂੰ ਦੁਨੀਆ ਨੇ ਕਿਹਾ, ਗੁਰਮਤ ਨੇ, ਗੁਰੂਆਂ ਨੇ ਸਾਇੰਟੀਫਿਕ ਢੰਗ ਨਾਲ ਦੱਸਿਆ ਕਿ ਉਹ 3 ਦੇਵਤੇ ਕੋਈ ਮਨੁੱਖ ਨਹੀਂ, ਉਹ ਅੱਗ, ਪਾਣੀ ਅਤੇ ਹਵਾ ਹੈ।
ਇਹ ਤਿੰਨੇ ਵੀ ਇਹਦੇ ਵਿੱਚ ਹਨ। ਪਾਣੀ ਤੋਂ ਅਸੀਂ ਬਣਦੇ ਹਾਂ, ਸਾਡੇ ਸਰੀਰ ਪਾਣੀ ਤੋਂ ਬਣੇ ਹੈ। ਹਵਾ ਦੇ ਨਾਲ ਸਾਡੀ ਪਾਲਣਾ ਪੋਸ਼ਣਾ ਹੁੰਦੀ ਹੈ, ਸਵਾਸਾਂ ਦੇ ਨਾਲ, ਔਰ ਅਗਨੀ ਦੇ ਨਾਲ ਅਸੀਂ ਖਤਮ ਹੋ ਜਾਂਦੇ ਹਾਂ। ਅਗਨੀ ਆਪਣੇ ਵਿੱਚ ਲੈਅ ਕਰ ਲੈਂਦੀ ਹੈ। ਇਸ ਕਰਕੇ ਸਭ ਕੁਛ ਘਰਮੈ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਹੁਣ ਦੂਸਰੀਆਂ ਮਤਾਂ ਮਤਾਤਰਾਂ ਦੇ ਮੁਤਾਬਕ ਸਾਡੇ ਸਰੀਰ ਦੇ ਵਿੱਚ ਸਭ ਕੁਝ ਹੈ, ਗੁਰਮਤਿ ਅਨੁਸਾਰ ਵੀ ਸਭ ਕੁਝ ਹੈ, ਪਰ ਦੁਨੀਆ ਨੇ ਪਾਪ ਅਤੇ ਪੁੰਨ ਵੀ ਮੰਨੇ ਆ। ਕੋਈ ਪਾਪ ਕਰਦਾ, ਕੋਈ ਪੁੰਨ ਕਰਦਾ, ਇਹ ਵੀ ਦੋਨੇ ਸਰੀਰ ਦੇ ਵਿੱਚ ਹਨ। ਕੋਈ ਪੁੰਨ ਕਰਨ ਦੇ ਵਿੱਚ ਲੱਗਿਆ ਹੋਇਆ ਤੇ ਕੋਈ ਪਾਪ ਕਰਨ ਵਿੱਚ ਲੱਗਿਆ ਹੋਇਆ। ਅਸਲ ਦੇ ਵਿੱਚ ਇਹ ਦੋਨੇ ਰਲ ਕੇ ਸ੍ਰਿਸ਼ਟੀ ਨੂੰ ਪੈਦਾ ਕਰਦੇ ਆ। ਪਾਪ ਕਰਕੇ ਦੁਨੀਆ ਬਣਦੀ ਹੈ, ਪੁੰਨ ਕਰਕੇ ਦੁਨੀਆ ਬਣਦੀ ਹੈ। ਭਾਵ ਮਨੁੱਖ ਜਿਹੜਾ ਹੈ ਕੀਤੇ ਹੋਏ ਕਰਮਾਂ ਦਾ ਫਲ ਭੋਗਣ ਵਾਸਤੇ ਕੋਈ ਨਾ ਕੋਈ ਸਰੀਰ ਧਾਰਨ ਕਰਦਾ ਹੈ। ਜਿਸ ਤਰ੍ਹਾਂ ਅਸੀਂ ਕੋਈ ਕਰਮ ਕਰਦੇ ਹਾਂ, ਉਹਦਾ ਫਲ ਮੰਗਦੇ ਹਾਂ ਅਤੇ ਸਾਨੂੰ ਉਹ ਫਲ ਮਿਲਦਾ। ਕੋਈ ਦਿਹਾੜੀ ਕਰਦਾ, ਮਜ਼ਦੂਰੀ ਕਰਦਾ, ਸ਼ਾਮਾਂ ਨੂੰ ਦਿਹਾੜੀ ਲੈਂਦਾ, ਫਿਰ ਉਸ ਨੂੰ ਖਾਣ ਪੀਣ ਵਾਸਤੇ ਆਪਣੇ ਘਰ ਲੈ ਜਾਂਦਾ, ਭੋਗਦਾ ਉਸ ਨੂੰ। ਇਸੇ ਤਰ੍ਹਾਂ ਹੀ ਮਨੁੱਖ ਕਰਮਾਂ ਨੂੰ ਭੋਗਦਾ ਹੈ ਅਤੇ ਕਰਮਾਂ ਨੂੰ ਭੋਗਣ ਵਾਸਤੇ ਇਹਨੂੰ ਸਰੀਰ ਚੱਕਣਾ ਪੈਂਦਾ ਹੈ। ਸਰੀਰ ਚੱਕਦਿਆਂ ਹੋਇਆਂ ਸ੍ਰਿਸ਼ਟੀ ਬਣ ਗਈ। ਅੰਤ ਕਾਲ ਜੇ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ। ਸੂਕਰ ਜੋਨ ਬਲ ਬਲ ਔਤਰੇ। ਜੇ ਮਰਦਾ ਹੋਇਆ ਬੱਚੇ ਪਾਲੇ ਹੈ, ਖਿਆਲ ਆ ਗਿਆ ਮੇਰੇ ਬੱਚਿਆਂ ਦਾ ਕੀ ਬਣੂ, ਤੇ ਪਾਤਸ਼ਾਹ ਕਹਿੰਦੇ ਬੱਚੇ ਪਾਲਣੇ ਹੈ ਤੇ ਸੂਰ ਦੀ ਜੂਨੀ ਵਿੱਚ ਚਲਿਆ ਜਾ। ਇਸਤਰੀ ਨਾਲ ਮੋਹ ਹੈ, ਮੰਤ ਮੇਲੇ ਫਿਰ ਉਹ ਯਾਦ ਆ ਗਈ। ਅੰਤ ਕਾਲ ਜੇ ਇਸਤਰੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ। ਬੇਸਵਾ ਜੋਨ ਬਲ ਬਲ ਉਤਰੇ। ਇਸ ਤਰ੍ਹਾਂ ਜਿਹੜੇ ਪਾਪ ਅਤੇ ਪੁੰਨ ਅਸੀਂ ਕਰਦੇ ਹਾਂ, ਕਬੀਰ ਸਾਹਿਬ ਜੀ ਕਹਿੰਦੇ ਮੈਂ ਤਾਂ ਦੋਨੇ ਹੀ ਤਿਆਗ ਦਿੱਤੇ। ਹਿੰਦੂ ਮਤ ਦੇ ਗੁਰੂ ਪਿਆਰਿਓ, ਧਰਮ ਦੇ ਅਖੌਤੀ ਮੁਖੀ ਪੁਜਾਰੀਆਂ ਨੇ ਮਨੁੱਖ ਨੂੰ ਪਾਪ ਅਤੇ ਪੁੰਨ ਵਿੱਚ ਪਾ ਕੇ ਬੜਾ ਹੀ ਇਹਦਾ ਸ਼ੋਸ਼ਣ ਕੀਤਾ। ਤੁਸੀਂ ਆਹ ਪੁੰਨ ਕਰੋ, ਫਲਾਣੇ ਨੂੰ ਦਿਓ, ਆਹ ਪੁੰਨ ਕਰੋ, ਤੁਹਾਨੂੰ ਸੁੱਖ ਮਿਲੇਗਾ। ਤੁਸੀਂ ਆਹ ਕਰਮ ਕਰੋਗੇ, ਪਾਪ ਕਰੋਗੇ, ਤੁਹਾਨੂੰ ਦੁੱਖ ਮਿਲੇਗਾ। ਤੋ ਮਨੁੱਖ ਜਿਹੜਾ ਹੈ ਸੁੱਖਾਂ ਦੀ ਭਾਲ ਵਿੱਚ, ਪੁੰਨ ਕਰਨ ਵਿੱਚ ਲੱਗਿਆ। ਅਨੇਕਾਂ ਤਰ੍ਹਾਂ ਦੇ ਪੁੰਨ ਭਾਵ ਅਨੇਕਾਂ ਤਰ੍ਹਾਂ ਦੇ ਕਰਮ ਇਸ ਕਰਕੇ ਕਰਦਾ ਕਿ ਮੈਨੂੰ ਸੁੱਖ ਮਿਲੇ। ਅਤੇ ਉਹਨਾਂ ਸੁੱਖ ਅਤੇ ਦੁੱਖ ਦਾ ਨਾਮ ਉਹਨਾਂ ਧਰਮ ਦੇ ਅਖੌਤੀ ਪੁਜਾਰੀਆਂ ਨੇ, ਮੁਖੀਆਂ ਨੇ ਰੱਖ ਲਿਆ ਸਵਰਗ ਅਤੇ ਨਰਕ। ਪਾਪ ਕਰੋਗੇ ਨਰਕਾਂ ਨੂੰ ਜਾਓਗੇ, ਪੁੰਨ ਕਰੋਗੇ ਸਵਰਗਾਂ ਨੂੰ ਜਾਓਗੇ। ਹੁਣ ਉਹ ਸਵਰਗਾਂ ਦੀ ਇੱਛਾ ਦੇ ਕਾਰਨ ਬੰਦਾ ਪੁੰਨ ਕਰਨ ਲੱਗਿਆ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਨਾਂ ਦੋਵਾਂ ਦੇ ਕਾਰਨ ਬੰਦਾ ਵਾਰ-ਵਾਰ ਜਨਮ ਲੈਂਦਾ। ਪੁੰਨ ਕਰਦਾ ਅਤੇ ਪੁੰਨ ਦਾ ਫਲ ਮਿਲਣਾ, ਅਤੇ ਫਲ ਭੋਗਣ ਵਾਸਤੇ ਸਰੀਰ ਚਾਹੀਦਾ, ਕਿਉਂਕਿ ਆਤਮਾ ਤਾਂ ਖਾਂਦੀ ਨਹੀਂ ਸਿੱਧਾ, ਸਰੀਰਾਂ ਕਰਕੇ ਹੀ ਭੋਗਿਆ ਜਾਂਦਾ ਅਤੇ ਉਹਨੂੰ ਭੋਗਣ ਵਾਸਤੇ ਸਰੀਰ ਚੱਕਣਾ ਪੈਂਦਾ। ਬਿਨ ਭੋਗੇ ਭਾਗੇ ਨਹੀਂ, ਕਰਮਨ ਗਤੀ ਅਪਾਰ। ਕਰਮਾਂ ਦੀ ਗਤੀ ਬੜੀ ਅਨੋਖੀ ਹੈ ਕਿ ਕਰਮ ਭੋਗੇ ਤੋਂ ਬਗੈਰ ਖਤਮ ਨਹੀਂ ਹੁੰਦਾ, ਕਦੇ ਵੀ ਭੋਗਣਾ ਪੈਂਦਾ ਉਸ ਨੂੰ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰਸਿੱਖ ਜਿਹੜਾ ਹੈ ਉਹ ਇਹਨਾਂ ਦੋਨਾਂ ਤੋਂ ਉੱਚਾ ਉੱਠ ਗਿਆ। ਹੁਣ ਤੁਸੀਂ ਕਹੋਗੇ ਵੀ ਅਸੀਂ ਵੀ ਤਾਂ ਲੰਗਰ ਚਲਾਉਣੇ ਆ, ਅਸੀਂ ਗੁਰੂ ਘਰ ਦੇ ਵਿੱਚ ਵਸਤੂਆਂ ਲਿਆ ਕੇ ਦਿੰਦੇ ਹਾਂ, ਉਹਦੇ ਲੰਗਰ ਬਣਦੇ ਆ, ਉਹਦੀਆਂ ਵਸਤੂਆਂ ਦਾ ਅੱਗੇ ਸੰਗਤਾਂ ਨੂੰ ਵਰਤਾਇਆ ਜਾਂਦਾ ਹੈ। ਆਪਾਂ ਸਮਾਗਮ ਕੀਤਾ ਬਾਬੇ ਨਾਨਕ ਦਾ, ਬਹੁਤ ਸਾਰੇ ਲੰਗਰ ਚੱਲੇ। ਤੁਸੀਂ ਕਹੋਗੇ ਇਹ ਵੀ ਤਾਂ ਪੁੰਨ ਹੀ ਕੀਤਾ ਸੀ। ਬਸ ਇੱਥੇ ਹੀ ਫਰਕ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇਕੀ ਕਰ ਦਰਿਆ ਮੇ ਡਾਲ। ਚੰਗਾ ਕੰਮ ਕਰਕੇ ਭੁੱਲ ਜਾ, ਉਹਦਾ ਫਲ ਨਾ ਮੰਗ। ਜੇ ਫਲ ਮੰਗੇਗਾ ਦੇ ਦੂਗਾ, ਭੋਗਣਾ ਪੈਣਾ, ਭੋਗਣ ਵਾਸਤੇ ਸਰੀਰ ਚੱਕਣਾ ਪੈਣਾ।
ਪਾਪ ਪੁੰਨ ਦੋਹੀ ਸ੍ਰਿਸ਼ਟ ਉਪਾਈ। ਇਹਨਾਂ ਦੋਹਾਂ ਨੇ ਮਿਲ ਕੇ ਦੁਨੀਆ ਪੈਦਾ ਕੀਤੀ ਆ ਤੇ ਦੁਨੀਆ ਦਾ ਖਤਮ ਹੋ ਸਕਦੀ ਹੈ ਜੇ ਇਸ ਨੂੰ ਅਸੀਂ ਭੋਗਣ ਵਾਸਤੇ ਮੰਗੀਏ ਨਾ। ਆਪਾਂ ਸਾਰੀ ਦੁਨੀਆ ਦਾ ਖਤਮ ਨਹੀਂ ਕਰ ਸਕਦੇ, ਆਪਣਾ ਜੰਮਣਾ ਮਰਨਾ ਖਤਮ ਕਰ ਸਕਦੇ ਹਾਂ ਆਪੋ ਆਪਣਾ। ਤਾਂ ਕਬੀਰ ਸਾਹਿਬ ਜੀ ਨੇ ਕੀਤਾ, ਉਹ ਕਹਿੰਦੇ ਨਰਕ ਸੁਰਗ ਹਮ ਦੋ ਰਾਦੇ। ਨਾ ਤਾਂ ਮੈਨੂੰ ਨਰਕਾਂ ਦਾ ਖਤਰਾ ਹੈ ਤੇ ਨਾ ਸਵਰਗਾਂ ਦੀ ਚਾਹ ਹੈ, ਨਾ ਇੱਛਾ ਹੈ। ਜੇ ਕੋਈ ਸੁੱਖ ਦੀ ਇੱਛਾ ਰੱਖੂਗਾ ਤੇ ਪਰਮੇਸ਼ਰ ਦੇਊਗਾ ਤੇ ਭੋਗਣ ਵਾਸਤੇ ਸਰੀਰ ਚਾਹੀਦਾ। ਪਰ ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਇਹਨਾਂ ਦੀ ਲੋੜ ਨਹੀਂ ਹੈ। ਇਹ ਦੁਨੀਆ ਨੂੰ ਪਾਪ ਤੇ ਪੁੰਨ ਦੇ ਚੱਕਰ 'ਚ ਪਾਇਆ ਹੋਇਆ ਤੇ ਮਨੁੱਖ ਦੀ ਇੱਛਾ ਨੂੰ ਮੁੱਖ ਰੱਖਦਿਆਂ ਹੋਇਆ ਸ਼ੋਸ਼ਣ ਕਰਨ ਵਾਲਿਆਂ ਨੇ ਸ਼ੋਸ਼ਣ ਵੀ ਚੰਗਾ ਕੀਤਾ। ਤਰ੍ਹਾਂ ਤਰ੍ਹਾਂ ਦੇ ਪੁੰਨ ਨਾਮ ਧਰ ਕੇ ਮੰਦਰਾਂ ਦੇ ਵਿੱਚ ਕੰਨਿਆ ਦਾਨ ਕੀਤੀ ਜਾਣ ਲੱਗੀ, ਮੰਦਰਾਂ ਦੇ ਵਿੱਚ ਸੋਨਾ ਚਾਂਦੀ ਆਦਿ ਵਸਤੂਆਂ ਦਾਨ ਕੀਤੀਆਂ ਜਾਣ ਲੱਗੀਆਂ। ਤੇ ਸਤਿਗੁਰਾਂ ਦਾ ਇੱਕ ਬਚਨ ਹੈ ਵੀ ਮਨੁੱਖ ਨੇ ਬੜਾ ਕੁਝ ਕੀਤਾ ਪਰ ਅਸਲੀ ਮਾਰਗ ਨਹੀਂ ਮਿਲਿਆ। ਸ਼ੁਰੂਆਤ ਕਰਦੇ ਨੇ ਸ਼ਬਦ ਦੀ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ। ਪੰਜ ਜਨਾ ਸਿਓ ਸੰਗ ਨ ਛੁਟਕਿਓ ਅਦਕ ਅਹਮ ਬੁਧ ਬਾਧੇ। ਪਿਆਰੇ ਇਨ ਬਿਦ ਮਿਲਨ ਨ ਜਾਈ ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਪੁੰਨ ਜਿਹੜਾ ਹੈ ਮਾਨੋ ਸੋਨੇ ਦੀ ਬੇੜੀ ਹੈ ਤੇ ਪਾਪ ਜਿਹੜਾ ਉਹ ਲੋਹੇ ਦੀ ਬੇੜੀ ਹੈ। ਬੰਧਨ ਦੋਨੇ ਹੀ ਆ। ਪੁੰਨ ਕਰਕੇ ਮਨੁੱਖ ਨੂੰ ਬੰਧਨ ਪਿਆ ਸੁੱਖਾਂ ਦਾ, ਪਾਪ ਕਰਕੇ ਪਿਆ ਦੁੱਖਾਂ ਦਾ। ਭੋਗਣੇ ਦੋਨੇ ਹੀ ਪੈਂਦੇ ਆ। ਹੁਣ ਇਹਨਾਂ ਦੋਹਾਂ ਤੋਂ ਨਿਕਲਣਾ ਹੈ ਤੇ ਸਤਿਗੁਰੂ ਪਾਤਸ਼ਾਹ ਤੀਸਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਸਿੱਖੋ, ਦੋਵੇਂ ਮਾਰ ਜਾਏ ਇਕਤ ਘਰ ਆਵੇ। ਨਾ ਪਾਪ ਦਾ ਖਤਰਾ ਨਾ ਪੁੰਨ ਦੀ ਇੱਛਾ। ਇਹਨਾਂ ਦੋਹਾਂ ਤੋਂ ਉੱਚੇ ਉੱਠ ਕੇ ਇੱਕ ਪਰਮੇਸ਼ਰ ਨਾਲ ਜੁੜੇ। ਗੁਰਮਤਿ ਸਹਿਜ ਸਮਾਵਣਿਆ, ਗੁਰੂ ਦੀ ਮੱਤ ਲੈ ਕੇ ਉਹਦੇ ਮੁਤਾਬਕ ਚੱਲੇ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਚੰਗੇ ਕਰਮ ਤਾਂ ਕਰ ਪਰ ਉਹਨਾਂ ਨੂੰ ਪਰਮੇਸ਼ਰ ਤੇ ਛੱਡ ਦੇ। ਮਾੜੇ ਕਰਮ ਤਾਂ ਕਰਨੇ ਹੀ ਨਹੀਂ। ਜਿਹੜੀਆਂ ਚਾਰ ਕੁਰੈਤਾਂ ਪਾਤਸ਼ਾਹ ਨੇ ਦੱਸੀਆਂ ਉਹ ਤਾਂ ਸਿੱਖ ਨੇ ਕਰਨੀਆਂ ਹੀ ਨਹੀਂ। ਤੇ ਚੰਗੇ ਕਰਮ ਕਰਕੇ ਵੀ ਉਹਨਾਂ ਦਾ ਫਲ ਮੰਗਣ ਦੀ ਬਜਾਏ ਗੁਰੂ ਨੂੰ ਪਰਮੇਸ਼ਰ ਨੂੰ ਸਮਰਪਿਤ ਹੋ ਜਾ। ਫਿਰ ਕੀ ਹੋਵੇਗਾ? ਫਿਰ ਪਾਪ ਪੁੰਨ ਚੋਂ ਨਿਕਲ ਕੇ ਨਰਕ ਸਵਰਗ ਕੋ ਉੱਠ ਕੇ ਪਰਮੇਸ਼ਰ ਦੇ ਵਿੱਚ ਮਿਲ ਕੇ ਸਦਾ ਸਦਾ ਲਈ ਦੁਬਾਰੇ ਨਵੇਂ ਸਰੀਰਾਂ ਵਿੱਚ ਆਉਣਾ ਬੰਦ ਹੋ ਜਾਵੇਗਾ। ਪਾਪ ਪੁੰਨ ਦੋਏ ਕਾਇਆ ਅੰਦਰ, ਪਾਪ ਪੁੰਨ ਦੋਏ ਭਾਈ। ਦੋਹੀ ਮਿਲ ਕੇ ਸ੍ਰਿਸ਼ਟਿਓ ਪਾਈ। ਪਾਣੀ ਕਹਾਣੀ ਸੁਣਾਉਂਦੇ ਆ ਕਿ ਪਰਮੇਸ਼ਰ ਨੇ ਆਦਮ ਤੇ ਹਵਾ ਦੋ ਇਸਤਰੀ ਤੇ ਮਨੁੱਖ ਪੈਦਾ ਕੀਤੇ। ਮੁਸਲਮਾਨੀ ਮਾਦੀ ਇਹ ਕਹਾਣੀ ਹੈ ਥੋੜ੍ਹੀ ਜਿਹੀ ਸਮਝਣ ਵਾਸਤੇ। ਕਹਿੰਦੇ ਇਹ ਸਵਰਗ ਵਿੱਚ ਰਹਿੰਦੇ ਸੀ, ਆਨੰਦ ਮਾਣਦੇ ਸੀ, ਆਨੰਦ ਭੋਗਦੇ ਸੀ। ਤੇ ਕਹਿੰਦੇ ਕਾਲ ਨੇ ਇਹਨਾਂ ਨੂੰ, ਕਲਯੁਗ ਨੇ ਚੱਕਰ 'ਚ ਪਾਇਆ। ਇਹਨਾਂ ਨੂੰ ਇੱਕ ਦੂਜੇ ਦੇ ਨਾਲ ਕੋਈ ਐਸਾ ਖਿਆਲ ਨਹੀਂ ਸੀ ਆਇਆ ਤੇ ਕਹਿੰਦੇ ਉਸਨੇ ਚੱਕਰ 'ਚ ਪਾਇਆ ਤੇ ਉੱਥੇ ਇੱਕ ਇਸ ਨੇ ਫਲ ਖਾਧਾ। ਕੋਈ ਸੇਬ ਕਹਿ ਦਿੰਦਾ, ਕੋਈ ਕਣਕ ਕਹਿ ਦਿੰਦਾ। ਕਹਿੰਦੇ ਜਦੋਂ ਉਹਨਾਂ ਨੇ ਇਹ ਚੀਜ਼ ਖਾਧੀ ਤੇ ਇਹਨਾਂ ਦੇ ਅੰਦਰ ਆਪਣੇ ਆਪੇ ਦੇ ਵਿੱਚ ਭੇਦ ਭਾਵ ਪੈਦਾ ਹੋਣ ਲੱਗਿਆ। ਭੇਦ ਭਾਵ ਪੈਦਾ ਹੋਣ ਤੋਂ ਬਾਅਦ ਕਹਿੰਦੇ ਪਰਮੇਸ਼ਰ ਨੇ ਇਹਨਾਂ ਦੋਹਾਂ ਨੂੰ ਧਰਤੀ ਦੇ ਵਿੱਚ, ਮਾਤ ਲੋਕ ਦੇ ਵਿੱਚ ਮਨੁੱਖ ਇਸਤਰੀ ਬਣਾ ਕੇ ਭੇਜ ਦਿੱਤਾ। ਪ੍ਰੀਤਮ ਦਾ ਬਚਨ ਹੈ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆ। ਪਰਮੇਸ਼ਰ ਨੇ ਹੁਕਮ ਕੀਤਾ ਹੋ ਜਾ ਤੇ ਉਸ ਦੇ ਹੁਕਮ ਦੇ ਨਾਲ ਹੀ ਇਹ ਸਾਰੀ ਸ੍ਰਿਸ਼ਟੀ ਬਣਨੀ ਸ਼ੁਰੂ ਹੋ ਗਈ। ਏਕਾ ਮਾਈ, ਇੱਕ ਮਾਇਆ ਪੈਦਾ ਕੀਤੀ ਪਰਮੇਸ਼ਰ ਨੇ। ਭਾਵ ਉਹ ਸਭ ਤੋਂ ਪਹਿਲਾਂ ਜਿਹੜੇ ਜੀਵ ਬਣਾਏ ਉਹਨਾਂ ਤੇ ਮਾਇਆ ਪਾਈ ਆਪਣੀ।
उस माया के कारण ये परमेश्वर तो दूर होंदे गए तो दुनिया के विच फसदे रहे, तो दुनिया बनती शुरू हो गई, बनती गई। 3 चेले प्रवान जिस तो परमेश्वर ने ये सृष्टि बनानी, पालनी, ढाउणी शुरू कर दी। एक संसारी, एक भंडारी, एक लाए दीवान। हिंदू मत वाले ब्रह्मा विष्णु महेश कह देंगे है, पर गुरमत कहती है अग पानी ते हवा। ये तिन्ने ही दुनिया नूं बनाउंदे, ढाउंदे ते पालदे है, परमेश्वर के हुक्म अंदर चलते है। प्रीतम जी कहते दो मैं मार जाए, इन्हां दोहां तो उच्चे उठो, किरत करनी, नाम जपना, वंड छकना। दया करके किसी ते जीव ते उस नूं वस्तु देनी, कोई दया करके देनी, पर उस नूं गुरु की समझ के देनी। इस करके गुरु साहब ने बड़ी सोहनी जुगती बनाई बई तुसी दसवां दसौंद कढ़िया करो। जिहड़ा 10वां हिस्सा है वो तुसी अपना नहीं मनना, वो गुरु का हिस्सा मनना है, तो उस नूं तुसी किसी भी लोड़वंद की मदद कर सकते हो। उहदे नाल की होया कि असी जदों वो वस्तु, वो पैसा, 10वां हिस्सा किसी नूं दिता तो साडे दिमाग विच फुरना नहीं आया कि मैं दे रहा, क्योंकि मेरा है ही नहीं। जदों कबीर साहब ने इत्थे जाके कहा ना, कबीर तेरा तुझको सौंपते क्या लाग्या मेरा, मेरा मुझ में किछ नहीं जो किछ है सो तेरा। ते सिख नूं एक जुगत बना दिती भी किरत करो, किरत विचों 10वां हिस्सा अलग कढ़ो गिण के, फिर उस 10वें हिस्से नूं किसी लोड़वंद दी हिस्से मदद विच पा दिओ। तुहाडे कोलों चंगा कर्म भी हो गया, तुसीं उहदा फल नहीं बनाया। ये नहीं कहा कि मेरा मैं दिना। जदों बंदा मेरा मैं कह के दिंदा, उदों उहदा फल भी उहनूं लैना पैंदा, क्योंकि परमेश्वर किसी का तिल जिन्ना भी हिसाब किताब नहीं रखता। एक तिल नहीं भन्नै घाले, इहनूं कहंदे हन कर्म करत होवे निहकामी। जिहड़ा निष्काम भावना नाल कर्म करेगा, चाहे तुसीं झाड़ू मारदे हो, चाहे तुसीं इत्थे सब्जी कटदे हो, चाहे सेवा करदे हो, प्रशादे बनाउणे हो गुरु घर दे विच आके, 1 रुपये तो सैकड़ियां हज़ारां तक कुछ भी तुसीं भेटा गुरु घर दे विच लिया के सेवा च पा दित्ती, पर उस नूं सेवा च पाउंदियां होइयां नाल ये भी कह दिओ तेरा तुझको सौंपते क्या लागे मेरा, महाराज तेरा ही है। तो 2 तरह के कर्म हैं, एक निष्काम ते एक कामना वाला। निष्काम भावना नाल कीता कर्म जिहड़ा तुहानूं उस कर्म के फल भोगण लई दोबारा जन्म नहीं देऊगा। निष्काम कर्म करन दे नाल तुसीं परमेश्वर विच मिल सकदे हो। ये आ सुखमनी साहिब चों पढ़ लो, कर्म करत होवै निहकामी तिसको होत प्राप्त स्वामी। कर्म तो करना है, हत्थ ते हत्थ धर के तो बहना नहीं, किरत करनी, नाम जपना, वंड छकना है गुरु साहब का हुक्म है सानू। क्योंकि उन्हां समयां दे विच जोगी जिहड़े सन गोरखनाथ दे चेले, एक किरत नूं छड्ड के जंगलों में जा बैठे, धुनियां तपदे, जल धारे करदे, फिर खाण पीण वास्ते गृहस्थियां कोल मंगण जांदे। तां ते धन गुरु नानक दा जिहड़ा पंथ है ये निराला पंथ है, ये जोगी भी है। इत्थे जोगी का मतलब मुंदरां वाला नहीं, जोगी मतलब परमेश्वर नाल जुड़न वाला भी है। कहो सतनाम श्री गुरमुख जोगी जागदे। गुरमुख जोगी किहड़े? जिहड़े परमेश्वर नाल जुड़न वाले, अमृत वेले उठ के परमेश्वर नाल जुड़दे हन। ये गृहस्थी भी है, ये जोगी भी है, ये फौजी भी है, ये संत भी है, ये सिपाही भी है। गुरु साहब ने जिन्ने गुण दुनिया के सारे अपने सिख दे विच भरने कीते। और सिख लंगर चलाउंदा है तो एक संत है, जद तलवार चलाउंदा है तो एक सिपाही है। देग तेग फतेह दोनों दे विच फतेह पाउंदा, देग लंगरां विच भी, तेग जंग दे मैदान विच भी, शस्त्र लैके भी। तो इस करके गुरु पातशाह जी ने एक बचने कीता, कर्म करत होवै निहकामी तिसको होत प्राप्त स्वामी। कर्म करत होवै निहकर्म तिस वैष्णव का निर्मल धर्म।
ਵੈਸਨੋ ਭਾਵ ਧਰਮੀ। ਉਸ ਧਰਮੀ ਦਾ ਧਰਮ ਪਵਿੱਤਰ ਹੈ ਜਿਹੜਾ ਕਰਮ ਕਰਦਿਆਂ ਹੋਇਆ ਨਿਸ਼ਕਾਮ ਹੋਵੇ, ਨਿਰਕਰਮ ਹੋਵੇ, ਨਿਕਾਮ ਹੋਵੇ, ਕੋਈ ਕਾਮਨਾ ਨਾ ਰੱਖੇ। ਜਿਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਬੌਲੀ ਸਾਹਿਬ ਲਵਾ ਰਹੇ ਹਨ, ਉੱਥੇ ਬਹੁਤ ਸੰਗਤ ਸੇਵਾ ਕਰਦੀ ਆ ਤੇ ਸਤਿਗੁਰਾਂ ਨੇ ਆਪਣੇ ਅਨੰਨ ਪਿਆਰੇ ਸਿੱਖ ਜੇਠਾ ਜੀ ਦੀ ਡਿਊਟੀ ਲਾ ਦਿੱਤੀ, ਸ਼ਾਮ ਨੂੰ ਉਹਨਾਂ ਨੂੰ ਦੇਣਾ ਉਹਨਾਂ ਦੀ ਸੇਵਾ ਦਾ ਫਲ। ਤੇ ਸੇਵਾ ਦਾ ਫਲ ਲੈਣ ਵਾਸਤੇ ਸ਼ਾਮਾਂ ਨੂੰ 2 ਲਾਈਨਾਂ ਲੱਗ ਜਾਂਦੀਆਂ। ਇੱਕ ਲਾਈਨ ਨਿਸ਼ਕਾਮੀਆਂ ਦੀ, ਇੱਕ ਕਾਮਨਾ ਰੱਖਣ ਵਾਲਿਆਂ ਦੀ। ਇੱਕ ਉਹ ਲਾਈਨ ਲੱਗ ਜਾਂਦੀ ਜਿਹੜੇ ਦਿਹਾੜੀ ਮਜ਼ਦੂਰੀ ਲੈਣ ਵਾਸਤੇ ਸੇਵਾ ਕਰ ਰਹੇ ਆ, ਉਹਨਾਂ ਨੂੰ ਸ਼ਾਮ ਨੂੰ ਦਿਹਾੜੀ ਦਿੱਤੀ ਜਾਂਦੀ, ਪੈਸਾ ਦਿੱਤਾ ਜਾਂਦਾ। ਦੂਜੀ ਲਾਈਨ ਉਹਨਾਂ ਦੀ ਲੱਗ ਜਾਂਦੀ ਜਿਹੜੇ ਕੋਈ ਸੇਵਾ ਕਰਕੇ ਕੋਈ ਹੋਰ ਸੰਸਾਰੀ ਵਸਤੂ ਮੰਗਦੇ ਆ। ਪੁੱਤਰ ਦੀ ਲੋੜ ਹੈ ਜੀ, ਘਰੇ ਕੰਮ ਨਹੀਂ ਚੱਲਦਾ ਜੀ, ਘਰੇ ਪੈਸਾ ਨਹੀਂ ਖੜਦਾ ਜੀ, ਦੁਕਾਨਦਾਰੀ ਨਹੀਂ ਚੱਲਦੀ, ਉਹਨਾਂ ਨੂੰ ਉਹ ਬਖਸ਼ਾਂ ਕੀਤੀਆਂ ਜਾਂਦੀਆਂ। ਤੇ ਤੀਸਰੀ ਲਾਈਨ ਜਿਹੜੀ ਹੈ ਉਹਨਾਂ ਦੀ ਜਿਨ੍ਹਾਂ ਨੇ ਕੁਛ ਵੀ ਨਹੀਂ ਲੈਣਾ, ਬਸ ਨਮਸਕਾਰ ਕਰਨੀ, ਦਰਸ਼ਨ ਕਰਨੇ, ਸੇਵਾ ਕਰਨੀ ਤੇ ਚਲੇ ਜਾਣਾ। ਇਸ ਕਰਕੇ ਗੁਰੂ ਪਿਆਰਿਓ, ਪਾਪ ਤੇ ਪੁੰਨ ਜਿਹੜੇ ਹੈ ਇਹ 2 ਕਰਮ ਹਨ। ਇਹਨਾਂ ਕਰਮਾਂ ਕਰਕੇ ਬੰਦਾ ਆਉਂਦਾ ਜਾਂਦਾ ਹੈ। ਕਿਰਤ ਕਰਮ ਕੇ ਵਿਛੜੇ, ਕਿਰਤ ਕਰਮ ਕਰਕੇ ਅਸੀਂ ਪਰਮੇਸ਼ਰ ਤੋਂ ਵਿਛੜੇ ਤੇ ਟੇਢੀਆਂ ਜੂਨਾਂ ਵਿੱਚ ਪੈ ਗਏ। 12 ਮਾਹਾਂ ਦਾ ਪਹਿਲਾ ਸ਼ਬਦ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, 4 ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਬੜਾ ਚਿਰ ਹੋ ਗਿਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਤੋ ਆਪਣੀਆਂ ਕਿਰਤਾਂ ਦੇ ਕਰਮ ਦੇ ਫਲ ਨੂੰ ਭੋਗਦੇ ਹੋਏ ਅਸੀਂ ਅਨੇਕਾਂ ਤਰ੍ਹਾਂ ਦੀਆਂ ਟੇਢੀਆਂ ਜੂਨਾਂ ਵਿੱਚੋਂ ਲੰਘਦੇ ਲੰਘਦੇ ਅੱਜ ਮਨੁੱਖ ਬਣੇ ਆ। ਤੇ ਮਨੁੱਖ ਬਣ ਕੇ ਹੁਣ ਸਾਨੂੰ ਗੁਰੂ ਨੇ ਸੋਝੀ ਦਿੱਤੀ ਹੈ ਵੀ ਨੇਕੀ ਕਰ ਦਰਿਆ ਵਿੱਚ ਡਾਲ। ਕਿਰਤ ਕਰਨੀ ਪੈਣੀ ਆ। ਮਨੁੱਖ ਵਿਹਲਾ ਰਹਿਣ ਤਾਂ ਵਾਲਾ ਹੈ ਨਹੀਂ ਗਾ, ਕੁਛ ਨਾ ਕੁਛ ਤਾਂ ਕਰੂਗਾ। ਤੋ ਇਸ ਕਰਕੇ ਕਰਨਾ ਚਾਹੀਏ। ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਇਹ 10ਵੇਂ ਦਸੌਣ ਦੀ ਗੱਲ ਹੈ, ਵੰਡ ਛਕਣਾ। ਮੇਰੇ ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ ਜਦੋਂ ਤੂੰ ਇਹ ਕਰਮ ਕਰੇਗਾ, ਇਕਤ ਘਰ ਆਵੇ, ਪਰਮੇਸ਼ਰ ਦੇ ਘਰ ਪਹੁੰਚ ਜਾਏਗਾ। ਇਹਨਾਂ ਦੋਨਾਂ ਨੂੰ ਛੱਡ ਦੇ, ਪਾਪ ਪੁੰਨ ਤੋਂ ਉੱਚਾ ਉੱਠ ਜਾ, ਦੋਹਾਂ ਨੂੰ ਛੱਡ ਕੇ ਇੱਕ ਦੇ ਵਿੱਚ ਮਿਲ ਜਾ। ਇਕਤ ਘਰ ਆਵੇ, ਗੁਰਮਤਿ ਸਹਿਜ ਸਮਾਵਣਿਆ, ਇਉਂ ਗੁਰੂ ਦੀ ਮੱਤ ਨੂੰ ਲੈ ਕੇ ਉਹਦੇ ਮੁਤਾਬਕ ਚੱਲਦਾ ਹੋਇਆ, ਗੁਰਮਤਿ ਅਨੁਸਾਰ ਚੱਲਦਾ ਹੋਇਆ ਸਹਿਜ ਅਵਸਥਾ ਨੂੰ ਪ੍ਰਾਪਤ ਕਰੇਗਾ। ਘਰ ਹੀ ਮਾਹੇ ਦੂਜੇ ਭਾਏ ਹਨੇਰਾ, ਪਰ ਹੈ ਪਰਮੇਸ਼ਰ ਸਾਡੇ ਅੰਦਰ ਹੀ। ਸੇਜ ਏਕ ਪੈ ਮਿਲਨ ਦੁਹੇਰਾ, ਹਿਰਦੇ ਰੂਪੀ ਸੇਜਾ ਤੇ ਦੋਨੇ ਰਹਿੰਦੇ ਆ, ਪਤੀ ਪਤਨੀ, ਆਤਮਾ ਪਰਮਾਤਮਾ। ਪਰ ਦੋਨਾਂ ਦੇ ਵਿਚਾਲੇ ਹਨੇਰਾ ਆ ਗਿਆ ਤੇ ਦੋਨਾਂ ਨੇ ਇੱਕ ਦੂਜੇ ਤੋਂ ਅੱਡ ਕਰਤਾ। ਜਿਵੇਂ ਰਾਤ ਦੇ ਘੁੱਪ ਹਨੇਰੇ 'ਚ ਅਸੀਂ ਇੱਕ ਦੂਜੇ ਨੂੰ ਵੇਖ ਨਹੀਂ ਸਕਦੇ, ਉਸੇ ਤਰ੍ਹਾਂ ਹੀ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਜਿਹੜਾ ਮਾਲਕ ਦਾ ਨਾਲ ਆਤਮਾ ਦਾ ਮਿਲਾਪ ਨਹੀਂ ਹੋਣ ਦਿੰਦਾ। ਘਰ ਹੀ ਮਾਹੇ ਦੂਜੇ ਭਾਏ ਹਨੇਰਾ, ਚਾਨਣ ਹੋਵੇ ਤੇ ਹਨੇਰਾ ਹੈ ਕਾਹਦਾ ਮਹਾਰਾਜ? ਬੈਟਰੀ ਨਾਲ ਚੱਕਿਆ ਜਾਊਗਾ? ਕਹਿੰਦੇ ਨਹੀਂ, ਇਹ ਹਨੇਰਾ ਤੂੰ ਆਪੇ ਹੀ ਕੀਤਾ ਹੋਇਆ। ਜਿਵੇਂ ਦੀਵੇ ਨੇ ਆਪਣੇ ਥੱਲੇ ਆਪੇ ਹੀ ਹਨੇਰਾ ਕਰ ਲਿਆ, ਥੱਲੇ ਉਹ ਚੌੜਾ ਹੋ ਗਿਆ ਤੇ ਲਾਟ ਤਾਹਾਂ ਹੈ ਤੇ ਥੱਲੇ ਪੈਰਾਂ 'ਚ ਹਨੇਰਾ। ਇਸੇ ਤਰ੍ਹਾਂ ਹੀ ਬੰਦੇ ਨੇ ਆਪਣੇ ਅੰਦਰ ਆਪਣੇ ਹੰਕਾਰ ਕਰਕੇ ਹਨੇਰਾ ਕਰ ਲਿਆ। ਚਾਨਣ ਹੋਵੇ ਛੋੜੈ ਹਉਮੈ ਮੇਰਾ, ਪ੍ਰਗਟ ਸ਼ਬਦ ਹੈ ਸੁਖ ਦਾਤਾ। ਹੁਣ ਇਹ ਚਾਨਣ ਹੋਊਗਾ ਕਿਵੇਂ? ਸਾਡੇ ਅੰਦਰ ਵਿਕਾਰ ਹੈ, ਲੇਕਿਨ ਸਾਡੇ ਵਿਕਾਰ ਸਾਨੂੰ ਨਹੀਂ ਦਿਸਦੇ, ਉਹ ਗੁਰੂ ਦੱਸਦਾ, ਦੂਜਾ ਦੱਸਦਾ। ਕਈ ਵਾਰੀ ਸਾਡੀਆਂ ਗਲਤੀਆਂ ਸਾਨੂੰ ਨਹੀਂ ਦਿਸਦੀਆਂ, ਦੂਸਰੇ ਨੂੰ ਸਮਝ ਆ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਨੂੰ ਤਾਂ ਹਰੇਕ ਦੇ ਬਾਰੇ ਜਾਣਕਾਰੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਚਾਨਣ ਹੋਵੇ ਛੋੜੈ ਹਉਮੈ ਮੇਰਾ, ਤੇ ਗੁਰੂ ਨੇ ਦੱਸਿਆ ਵੀ ਤੂੰ ਹੰਕਾਰ ਛੱਡ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਇੱਥੇ ਆ ਜਾ।
तू करते तू भया, जो कर रहे सब तू कर रहे, मुझ में रहा ना हूँ, अपना हंकार छड्ड दे। इसे लिए तैनू मालक तो विछोड़िया है। जिमें सतगुरु अर्जन देव जी की हजूरी भी सत्ता बलवंडा रागी जिहड़े आ वो कीर्तन करते हैं, और कीर्तन करते हुए काफ़ी समा बतीत होया। इन्हां दे घर एक बच्ची की शादी आ गई, इन्हां दी भैन दी जी है जां धी दी है। बच्ची की शादी का समा आया तो इन्हां ने गुरु पातशाह नूं कहा जी सानू पैसे चाहिए, लड़की का विआह करना। पातशाह कहते कोई नहीं, असीं विआह कर देंगे आपे, तुसीं कीर्तन करिया करो। कहते नहीं महाराज सौदा लेना, सानू पैसे चाहिए। कोई गल नहीं, पैसे दे देंगे। किन्ने क पैसे चाहिए है? कहें जी एक दिन का चढ़ावा सानू दे दिओ। कहते लै जिओ। दूसरा दिन आया तो दूजे दिन जाके कीर्तन करन बैठे तो इन्हां दा ध्यान कीर्तन च ना लग्या, क्योंकि अज गोलक का ठेका मारिया सी। कहो सतनाम सी, अज वाले चढ़ावे का ठेका मारिया भी अज वाले सारे पैसे साडे आ। उदों पहलां कदे ध्यान ही नहीं गया, क्योंकि पैसे नाल कोई तलक ही नहीं सीगा। वो पैसे सारी संगत दे सी, गुरु के सी, उत्थे वरते जा रहे सी। पर अज पातशाह ने कहता चल कल वाले सारे लै जिओ। कीर्तन तो करते हैं पर कीर्तन शब्दों के विच ध्यान नहीं जुड़ता गा। तो इधरों गुरु प्यारिओ ध्यान बार बार माया वाल जाता। तो अज पता नहीं की घटना घटी कि वो पैसे बहुत थोड़े होए। इतिहास विच दो धारणा आउंदियां, कोई 20 रुपये लिखदा, कोई 100 रुपया कहंदा। चलो खैर उन्होंने पैसे थोड़े लगे तो कहन लगे तो पैसे थोड़े है, असी नहीं लैंदे। तुसीं राते रात संगतां नूं कहता होना कल नूं मत्था ना टेकिओ, पैसे सत्ते बलवंडे दे है। को सतनाम श्री इहो जिहियां गल्लां करके घर चले गए। वो पैसे भी नाल गए तो दूजे दिन कीर्तन विच भी ना आए। ये काहदे नाल विछड़ गए? हंकार करके भी असी कीर्तन करते हैं तां संगत आउंदी आ। ते सतगुरु पातशाह जी दीवान विच आ गए, संगत सज गई ते पर वो कीर्तन वाले ना आए। तो पातशाह कहने जाओ गुरदास जी उन्होंने बुला के लियाओ, आए नहीं हले। भाई गुरदास जी गए, कहने भाई सिखो चल के कीर्तन करो, गुरु साहब उड़ीक रहे हैं। कहने असी नहीं आउंदे, हंकार हो गया कीर्तन का। को सतनाम श्री असी नहीं आउंदे, हुण पता लगूगा ना। साडे करके ही संगत आउंदी है, जे असी कीर्तन ना करिए तो किसी ने नहीं आउणा। साडे करके गुरु गुरु बने हैं। भाई गुरदास इदां दीयां गल्लां सुन के आ गए, कहते वो तो बहुत पुट्ठा बोलते हैं जी, हंकार हो गया लगता। अच्छा बाबा बुढ़ा जी तुसी जाके देखो। बाबा बुढ़ा जी बुलाउण गए, बाबा बुढ़ा जी नूं कहंदे असी नहीं आउंदे गे, हुण जी तो मर्जी कराओ। उन्होंने आए सी भी सिखे तो बगैर कीर्तन आउंदा नहीं किते, ते सानू ही आउंदा है। उन्होंने दे कहे तो भी ना आए। तो तीजी बार कहने धन गुरु अर्जन देव जी आप चले गए बुलाउण वास्ते भी सिखो चल के कीर्तन करो। की खास गल है, शादियां शुदियां सब हो जाणगियां, चलो मेरे नाल। उन्हां दा हंकार होर भी सख्त हो गया। कहंदे हुण पता लग्या ना साडी किन्नी लोड़ आ। जे मरदाना रबाब बजाउंदा सी ते लोग इकट्ठे हुंदे सी सुनन वास्ते, बाबे नानक नूं मत्थे टेकदे सी। फिर बाबे दे अगे बच्चे जिहड़े आ, मरदाने दे अगे बच्चे बाबे अगे गुरु अंगद देव अगे कीर्तन करते रहे। इस तरह हुण असीं कीर्तन करदे हां तां लोग आउंदे है। तां गुरु प्यारिओ सतगुरु पातशाह कहंदे तुसीं फिट गए हो, तुहानूं हंकार हो गया, हुण घर ही रहो, आयो भी ना। को सतनाम तुसीं मैनूं जो मर्जी कह लैंदे, तुसीं गुरु नानक दी भी बेअदबी कीती है, रहण दिओ हुण तुसीं। ते पातशाह जी ने दीवान विच आ करके हुक्म देता सिखो सत्ते बलवंडे होरी फिट गए हैं, वो रागी फिट गए, उन्होंने नहीं लैके आना, कोई मेरे कोले मेरे मत्थे ना लावे। घर ही माहे दूजै भाए हनेरा, दवैत पैदा होगी ना मन दे विच, वो दवैत दे कारण गुरु प्यारो अंदर हनेरा अज्ञानता पैदा होगी, गुरु तो विछड़ गए। विआह बूता फिर केड़ा होना सी बच्ची दा, फिर
ਪਾਤਸ਼ਾਹ ਨੇ ਕਿਹਾ ਸੀ ਫਿੱਟ ਗਏ, ਉਹਨਾਂ ਨੂੰ ਕੋਹੜ ਹੋ ਗਿਆ। ਤੇ ਸੰਗਤ ਨੂੰ ਪਾਤਸ਼ਾਹ ਕਹਿੰਦੇ ਚਲੋ ਵੀ ਤੁਹਾਡੇ 'ਚੋਂ ਕੋਈ 3 ਜਣੇ ਉੱਠ ਕੇ ਬੈਠੋ, ਤਾਬਿਆ ਕੀਰਤਨ ਕਰੋ। ਸੰਗਤ ਵਿੱਚੋਂ 3 ਸਿੱਖਾਂ ਨੂੰ ਹੁਕਮ ਦਿੱਤਾ, ਉਹ ਉੱਠ ਕੇ ਤਾਬਿਆਂ 'ਚ ਬੈਠੇ, ਸਾਜ਼ਾਂ 'ਤੇ ਬੈਠੇ ਤੇ ਕੀਰਤਨ ਹੋ ਗਿਆ। ਉਸ ਤੋਂ ਬਾਅਦ ਫਿਰ ਉਹੀ ਕੀਰਤਨ ਕਰਨ ਲੱਗੇ, ਪਰ ਸੱਤੇ ਬਲਵੰਡੇ ਹੋਰੀ ਵਿਛੜ ਗਏ। ਗੁਰੂ ਪਿਆਰਿਓ, ਉਹਨਾਂ ਦੇ ਸਰੀਰ 'ਤੇ ਖੁਰਕ ਹੋਈ, ਕੋਹੜ ਹੋਇਆ, ਪਾਣੀ ਖੂਨ ਜਾ ਵਗਣ ਲੱਗਿਆ। ਤੇ ਦੂਸਰਾ ਪਾਤਸ਼ਾਹ ਨੇ ਸੰਗਤਾਂ ਨੂੰ ਕਹਿਤਾ ਉਹਨਾਂ ਨੂੰ ਸਿਫਾਰਿਸ਼ ਕਰਕੇ ਮੇਰੇ ਮੱਥੇ ਨਾ ਲਾਇਓ, ਤੇ ਜਿਹੜਾ ਲੈ ਕੇ ਆਊਗਾ ਮੈਂ ਉਸ ਦਾ ਮੂੰਹ ਕਾਲਾ ਕਰੂੰਗਾ, ਸਾਰੇ ਸ਼ਹਿਰ 'ਚ ਘੁਮਾ ਦੂੰਗਾ। ਸੰਗਤ ਡਰ ਗਏ ਵੀ ਉਹ ਐਡਾ ਵੱਡਾ ਹੁਕਮ। ਹੁਣ ਸੱਤੇ ਬਲਵੰਡੇ ਹੋਰੀ ਸੰਗਤਾਂ ਨੂੰ ਬੇਨਤੀਆਂ ਕਰਦੇ ਆ, ਪਰ ਸੰਗਤ ਬੇਨਤੀ ਸੁਣਨ ਦੀ ਬਜਾਏ ਮੂੰਹ ਪਾਸੇ ਕਰ ਲੈਂਦੀ ਆ। ਉਹਨਾਂ ਨੂੰ ਸਤਿਗੁਰ ਨਾਲ ਨਹੀਂ ਮਿਲਾਉਂਦੀ, ਸੰਗਤ ਹੀ ਮਿਲਾ ਸਕਦੀ ਹੈ, ਪਰ ਕੋਈ ਨਹੀਂ ਮਿਲਾਉਂਦਾ। ਅਖੀਰ ਲਾਹੌਰ ਪਹੁੰਚ ਗਏ, ਉੱਥੇ ਇੱਕ ਸਿੱਖ ਰਹਿੰਦਾ ਹੈ, ਲੱਦਾ ਪਰਉਪਕਾਰੀ। ਬਸ ਉਹ ਐਸਾ ਹੀ ਬੰਦਾ ਸੀ, ਕਰਮ ਕਰਦਾ ਸੀ ਪਰ ਉਹਦਾ ਫਲ ਨਹੀਂ ਸੀ ਮੰਗਦਾ। ਨਿਸ਼ਕਾਮ ਭਾਵਨਾ ਵਾਲਾ ਲੱਦਾ। ਇਹਦੇ ਘਰ ਗਏ, ਗੇਟ ਖੜਕਾਇਆ, ਆਵਾਜ਼ ਮਾਰੀ, ਅੱਗੋਂ ਬੱਚਿਆਂ ਨੇ ਚੰਗੀ ਤਰ੍ਹਾਂ ਗੇਟ ਹੀ ਬੰਦ ਕਰਤਾ, ਕਿਉਂਕਿ ਲਾਹੌਰ ਵੀ ਤਾਂ ਹੁਕਮ ਪਹੁੰਚਿਆ ਹੋਇਆ। ਤੇ ਕਹਿਣ ਲੱਦੇ ਨੂੰ ਕਹਿੰਦੇ ਉਹ ਆ ਗਏ, ਫਟਕਾਰੇ ਹੋਏ ਆ ਗਏ ਸੱਤੇ ਬਲਵੰਡੇ ਹੋਰੀ। ਲੱਦਾ ਗੇਟ ਕੋਲ ਆ ਗਿਆ, ਕੀ ਗੱਲ ਹੈ ਭਾਈ ਦੱਸੋ। ਕਹਿੰਦੇ ਲੱਦਿਆ ਤੇਰੇ ਰੱਖਣ ਦੇ ਆ, ਸਾਨੂੰ ਕਿਤੇ ਢੋਈ ਨਹੀਂ ਮਿਲਦੀ, ਜਿੰਨਾ ਚਿਰ ਗੁਰੂ ਕੋਲੇ ਨਹੀਂ ਜਾਂਦੇ ਤੂੰ ਸਾਨੂੰ ਲੈ ਕੇ ਚੱਲ। ਲੱਦਾ ਕਹਿੰਦਾ ਹੁਕਮ ਕਿੰਨਾ ਸਖਤ ਆ, ਜਿਹੜਾ ਇਹਨਾਂ ਦੀ ਸਿਫਾਰਿਸ਼ ਕਰੂਗਾ ਉਹਦਾ ਮੂੰਹ ਕਾਲਾ ਕਰਕੇ ਅਸੀਂ ਸਾਰੇ ਸ਼ਹਿਰ 'ਚ ਘੁਮਾ ਦਿਆਂਗੇ। ਭਾਈ ਸਾਹਿਬ ਜਿਵੇਂ ਮਰਜ਼ੀ ਕਰੋ, ਇੱਕ ਵਾਰੀ ਸਾਨੂੰ ਮਿਲਾ ਦਿਓ। ਲੱਦੇ ਦੇ ਮਨ ਵਿੱਚ ਦਇਆ ਆਈ, ਔਰ ਇਹ ਦਇਆ ਨਿਸ਼ਕਾਮ ਹੈ, ਇਹਨਾਂ ਵਿਛੜਿਆਂ ਨੂੰ ਮਿਲਾਉਣ ਦੀ ਇੱਛਾ ਹੈ, ਬਸ ਹੋਰ ਕੋਈ ਇੱਛਾ ਨਹੀਂ, ਕੋਈ ਲੈਣਾ ਨਹੀਂ ਕੁਛ। ਉਹਨੇ ਗੇਟ ਖੋਲ੍ਹਿਆ, ਆਪਣੇ ਘਰੋਂ ਹੀ ਉਹਨੇ ਤਵੇ ਦੀ ਕਾਲਸ ਲਈ, ਆਪਦੇ ਮੂੰਹ 'ਤੇ ਆਪੇ ਮਾਰ ਲਈ। ਉਹਨਾਂ ਨੂੰ ਲੈ ਕੇ ਅੰਮ੍ਰਿਤਸਰ ਆ ਗਿਆ। ਅੰਮ੍ਰਿਤਸਰੋਂ ਘੁਮਿਆਰਾਂ ਦਾ ਗਧਾ ਲਿਆ, ਉਹਦੇ ਉੱਤੇ ਬਹਿ ਗਿਆ। ਕਹਿੰਦੇ ਚਲੋ ਫਿਰ ਪਹਿਲਾਂ ਤਾਂ ਪਰਿਕਰਮਾ ਕਰੋ ਅੰਮ੍ਰਿਤਸਰ ਦੀ, ਪਹਿਲਾਂ ਗੁਰੂ ਦਾ ਹੁਕਮ ਬਜਾ ਲਈਏ, ਫਿਰ ਬੇਨਤੀ ਬਾਅਦ 'ਚ ਹੀ ਕਰਾਂਗੇ। ਕਹੋ ਸਤਨਾਮ ਸ੍ਰੀ। ਲੱਦਾ ਪਰਉਪਕਾਰੀ ਮੂਹਰੇ ਮੂਹਰੇ, ਪਿੱਛੇ ਦੋਨੇ ਸੱਤਾ ਬਲਵੰਡਾ। ਤੇ ਐਸਾ ਸੀਨ ਦੇਖ ਕੇ ਜਵਾਕਾਂ ਨੂੰ ਚਾਂਭ ਹੋ ਜਾਂਦੀ ਹੈ, ਮਗਰੇ ਜਵਾਕ ਲੱਗ ਕੇ ਰੌਲਾ ਪੈਂਦਾ ਜਾ ਰਿਹਾ ਗਲੀਆਂ ਦੇ ਵਿੱਚੋਂ। ਸਾਰੇ ਹੈਰਾਨ ਹੈ ਵੀ ਇਹ ਕੀ ਸੀਨ ਆ। ਇਸ ਤਰ੍ਹਾਂ ਸਾਰੇ ਸ਼ਹਿਰ ਦੀ ਪਰਿਕਰਮਾ ਕਰਕੇ ਘੁੰਮ ਕੇ ਹਰਿਮੰਦਰ ਸਾਹਿਬ ਦੇ ਕੋਲ ਆ ਗਏ, ਤੇ ਰੌਲਾ ਪੈ ਰਿਹਾ ਬੱਚਿਆਂ ਦਾ। ਤੇ ਗੁਰੂ ਪਿਆਰਿਓ, ਪਾਤਸ਼ਾਹ ਨੇ ਦੀਵਾਨ 'ਚੋਂ ਸਿੱਖ ਨੂੰ ਭੇਜਿਆ, ਕਹਿੰਦੇ ਕੀ ਹੋ ਗਿਆ ਬਾਹਰ, ਰੌਲਾ ਕਾਹਦਾ ਪਤਾ ਕਰਕੇ ਆ। ਸਿੱਖ ਵੇਖਣ ਗਿਆ, ਆ ਕੇ ਕਹਿੰਦਾ ਜੀ ਉਹ ਲੱਦਾ ਹੈ ਲਾਹੌਰ ਵਾਲਾ। ਫਿਰ ਰੌਲਾ ਕਾਹਦਾ ਹੈ? ਕਹਿੰਦਾ ਜੀ ਉਹਨੇ ਮੂੰਹ ਕਾਲਾ ਕੀਤਾ, ਗਧੇ 'ਤੇ ਬੈਠਾ, ਤੇ ਪਿੱਛੇ ਸੱਤਾ ਬਲਵੰਡਾ। ਕਹਿੰਦੇ ਉਹ ਉਹਨੇ ਆਏ ਕਿਉਂ ਕੀਤਾ, ਜਾਓ ਬੁਲਾ ਕੇ ਲਿਆਓ ਉਹਨੂੰ। ਕਹਿੰਦੇ ਲੱਦੇ ਨੂੰ ਅੰਦਰ ਲਿਆਂਦਾ, ਸਾਰੇ ਅੰਦਰ ਆ ਗਏ, ਸੰਗਤ ਵੀ ਨਾਲ ਸੀ, ਮਗਰ ਮਗਰ ਉਹ ਵੀ ਅੰਦਰ ਆ ਗਈ। ਤਾਂ ਗੁਰੂ ਪਿਆਰਿਓ, ਬਾਦਸ਼ਾਹ ਕਹਿੰਦੇ ਲੱਦੇ ਆ ਕੀ ਕੀਤਾ ਤੂੰ? ਕਹਿੰਦੇ ਜੀ ਤੁਹਾਡਾ ਹੁਕਮ ਬਜਾਇਆ। ਕਾਹਦੇ ਵਾਸਤੇ? ਜੀ ਇਹਨਾਂ ਨੂੰ ਬਖਸ਼ ਲਓ, ਵਿਚਾਰੇ ਵਿਛੜ ਗਏ। ਕਹਿੰਦੇ ਲੱਦੇ ਆਏ ਚੰਗਾ ਕੰਮ ਨਹੀਂ ਕੀਤਾ, ਜਾ ਪਹਿਲਾਂ ਮੂੰਹ ਧੋ ਕੇ ਆ ਸਰੋਵਰ ਤੋਂ, ਕਹੋ ਸਤਨਾਮ ਸ੍ਰੀ। ਉਹਨਾਂ ਦਾ ਮੂੰਹ ਧਵਾਇਆ। ਹਾਂ ਹੁਣ ਦੱਸ ਕੀ ਕਹਿਣਾ? ਕਹਿੰਦਾ ਜੀ ਬਖਸ਼ ਲਓ, ਗਲਤੀ ਹੋ ਜਾਂਦੀ ਹੈ ਬੰਦੇ ਤੋਂ, ਮਾਫ਼ ਕਰ ਦਿਓ। ਕਹਿੰਦੇ ਵੇਖੋ ਜਿਹੜੇ ਮੂੰਹ ਨਾਲ ਇਹਨਾਂ ਨੇ ਗੁਰੂਆਂ ਦੀ ਨਿੰਦਿਆ ਕੀਤੀ ਆ, ਉਸ ਮੂੰਹ ਨਾਲ ਹੁਣ ਸਿਫਤ ਕਰਨ, ਫਿਰ ਬਖਸ਼ੇ ਜਾਣਗੇ। ਮੈਂ ਤਾਂ ਕੁਛ ਵੀ ਨਹੀਂ ਕਿਹਾ, ਪਰ ਨਿੰਦਾ ਪਰਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ, ਨਿੰਦਾ ਭਲੀ ਕਿਸੇ ਕੀ ਨਾਹੀ। ਇਹਨਾਂ ਤਾਂ ਗੁਰੂਆਂ ਦੀ ਕਰਤੀ, ਇਸ ਕਰਕੇ ਇਹ ਹੁਣ ਸਿਫਤ ਕਰਨਗੇ ਤਾਂ ਬਖਸ਼ੇ ਜਾਣਗੇ। ਇਹ ਗੁਰਬਾਣੀ ਦਾ ਕੰਮ ਹੈ। ਪ੍ਰੀਤਮ ਜੀ ਕਹਿੰਦੇ ਘਰ ਹੀ ਮਾਏ ਦੂਜੈ ਭਾਏ ਹਨੇਰਾ, ਚਾਨਣ ਹੋਵੇ ਛੋੜੈ ਹਉਮੈ ਮੇਰਾ। ਜਿਹੜੇ ਹੰਕਾਰ ਦੇ ਵਿੱਚ ਬਚਨ ਬੋਲੇ ਸੀ, ਹੁਣ ਹੰਕਾਰ ਛੱਡ ਕੇ ਉਹਦੀ ਸਿਫਤ ਸਲਾਹ ਕਰਨ, ਬਖਸ਼ੇ ਜਾਣਗੇ। ਕਹਿੰਦੇ ਜੀ ਸਾਨੂੰ ਕਰਨੀ ਨਹੀਂ ਆਉਂਦੀ, ਹੁਣ ਭੁੱਲ ਗਿਆ ਸਭ ਕੁਝ। ਫਿਰ ਗੁਰੂ ਅਰਜਨ ਦੇਵ ਜੀ ਨੇ ਰਾਮ ਕਲੀ ਕੀ ਵਾਰ, ਰਾਏ ਸੱਤੈ ਬਲਵੰਡੈ ਡੂਮ ਆਖੀ। ਫਿਰ ਪਹਿਲਾਂ ਗੁਰੂ ਪਾਤਸ਼ਾਹ ਜੀ ਨੇ ਦੱਸਿਆ ਵੀ ਐਦਾਂ ਸਿਫਤ ਕਰੋ,
ਤੇ ਫਿਰ ਉਹਨਾਂ ਨੇ ਪੰਜਾਂ ਗੁਰੂਆਂ ਦੀ ਸਿਫਤ ਕੀਤੀ। ਬਾਬੇ ਨਾਨਕ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਜਿਵੇਂ ਜਿਵੇਂ ਸਿਫਤ ਕਰਦੇ ਆ ਤਿਵੇਂ ਤਿਵੇਂ ਜਿਹੜਾ ਕੋੜ ਸੀ ਉਹ ਵੀ ਖਤਮ ਹੋ ਗਿਆ। ਸਤਿਗੁਰ ਨੇ ਚਰਨੀ ਵੀ ਲਾ ਲਏ। ਇਸ ਕਰਕੇ ਮਨੁੱਖ ਦੇ ਅੰਦਰ ਜਿਹੜਾ ਅਗਿਆਨਤਾ ਦਾ ਹਨੇਰਾ ਹੈ ਆਪਣੇ ਹੰਕਾਰ ਕਰਕੇ ਆ। ਤੁਸੀਂ ਨਾ ਤਜਰਬਾ ਕਰਕੇ ਦੇਖ ਲਿਓ, ਜਦੋਂ ਤੁਹਾਡੇ ਅੰਦਰ ਹੰਕਾਰ ਹੋਊਗਾ, ਕਾਮ ਹੋਊਗਾ, ਕ੍ਰੋਧ ਹੋਊਗਾ, ਲੋਭ ਹੋਊਗਾ, ਆਪਣੇ ਬੱਚਿਆਂ ਦਾ ਮੋਹ ਹੋਊਗਾ, ਤੁਹਾਡੀ ਬੁੱਧੀ ਕੰਮ ਛੱਡ ਜਾਊਗੀ। ਕਹੋ ਸਤਿਨਾਮ। ਤੁਹਾਡਾ ਦਿਮਾਗ ਕੰਮ ਨਹੀਂ ਕਰੂਗਾ। ਗੁੱਸੇ ਦੇ ਵਿੱਚ ਕੰਮ ਨਹੀਂ ਨਾ ਕਰਦਾ ਬੰਦਾ। ਸਕੇ ਭਰਾ ਨੂੰ ਵੀ ਕਈ ਵਾਰੀ ਮਾਰ ਦਿੰਦਾ। ਆ ਖਬਰਾਂ ਰੋਜ਼ ਸੁਣਦੇ ਆ। ਗੁੱਸੇ ਵਿੱਚ, ਕਾਮ ਵਾਸ਼ਨਾ ਵਿੱਚ, ਮੋਹ ਮਮਤਾ ਵਿੱਚ ਕਈ ਵਾਰੀ ਇਸਤਰੀ ਆਪਣੇ ਸਕੇ ਬੱਚਿਆਂ ਨੂੰ, ਆਪਣੇ ਕੁੱਖੋਂ ਜੰਮੇ ਬੱਚਿਆਂ ਨੂੰ ਮਾਰ ਦਿੰਦੀ ਆ। ਕਿੰਨੀਆਂ ਕਹਾਣੀਆਂ ਸੁਣਦੇ ਆ, ਖਬਰਾਂ ਸੁਣਦੇ ਆ ਅਖਬਾਰਾਂ 'ਤੇ। ਕਾਮ ਵਾਸ਼ਨਾ ਕਰਕੇ ਕੋਈ ਇਸਤਰੀ ਕਿਸੇ ਮਨੁੱਖ ਨਾਲ ਰਲ ਕੇ ਆਪਣੇ ਪਤੀ ਤੱਕ ਨੂੰ ਮਾਰਦੀ, ਪਤੀ ਆਪਣੇ ਪਤੀ ਨੂੰ ਮਾਰ ਦਿੰਦਾ। ਕਹੋ ਸਤਿਨਾਮ। ਇਹ ਕੀ ਚੀਜ਼ ਆ? ਉਦੋਂ ਬੁੱਧੀ ਕੰਮ ਛੱਡ ਜਾਂਦੀ ਹੈ ਜਦੋਂ ਇਹਨਾਂ ਪੰਜਾਂ ਦਾ ਸਾਡੇ ਦਿਮਾਗ ਦੇ ਉੱਤੇ ਪ੍ਰਭਾਵ ਹੁੰਦਾ। ਕਹੋ ਸਤਿਨਾਮ। ਕੋਈ ਵੀ ਹੋਵੇ, ਉਦੋਂ ਸਾਡੇ ਗਿਆਨ ਇੰਦਰੇ ਕੰਮ ਨਹੀਂ ਕਰਦੇ। ਉਦੋਂ ਫਿਰ ਅਗਿਆਨਤਾ ਦਾ ਹਨੇਰਾ ਹੋ ਗਿਆ। ਇਹ ਦੂਰ ਕਿਵੇਂ ਹੋਊਗਾ? ਇਹਨਾਂ ਪੰਜਾਂ ਨੂੰ ਪਾਸੇ ਕਰਕੇ। ਘਰ ਹੀ ਮਾਹੇ ਦੂਜੈ ਭਾਏ ਹਨੇਰਾ, ਚਾਨਣ ਹੋਵੇ ਛੋੜੈ ਹਉਮੈ ਮੇਰਾ, ਪ੍ਰਗਟ ਸ਼ਬਦ ਹੈ ਸੁਖ ਦਾਤਾ। ਤੇ ਇਹ ਪੰਜੇ ਰਹਿੰਦੇ ਕਿਵੇਂ ਆ? ਗਿਆਨ ਦੇ ਨਾਲ, ਗਿਆਨ ਦੇ ਸ਼ਬਦਾਂ ਨਾਲ। ਗੁਰੂ ਗਿਆਨ ਦੇ ਸ਼ਬਦ ਸੁਣਾਉਂਦਾ। ਜਿਵੇਂ ਭਾਈ ਜੋਗੇ ਨੂੰ ਪਹਿਲਾਂ ਹੰਕਾਰ ਹੋਇਆ, ਜਾਂ ਦੋ ਲਾਵਾਂ ਲੈ ਕੇ ਤੇ ਦੋ ਛੱਡ ਕੇ ਵਿਚਾਲੇ ਤੁਰ ਪਿਆ। ਘੋੜੀ ਚੜ੍ਹ ਗਿਆ, ਮੈਂ ਬਚਨ ਮੰਨ ਲਿਆ। ਗੁਰੂ ਸਾਹਿਬ ਨੇ ਕਿਹਾ ਜੋ ਕਰਦਾ ਵਿਚਾਲੇ ਛੱਡ ਕੇ ਆ ਜਾ, ਤੁਰ ਪਿਆ। ਰਸਤੇ ਦੇ ਵਿੱਚ ਹੰਕਾਰ ਹੋ ਗਿਆ। ਮੇਰੇ ਵਰਗਾ ਕਿਹੜਾ ਸਿੱਖ ਹੈ ਘਰ ਵਾਲੀ ਨੂੰ ਦੋ ਲਾਵਾਂ ਲੈ ਕੇ ਛੱਡਿਆ ਵੇ? ਹੰਕਾਰ ਹੋ ਰਹੀ ਆ ਗਏ। ਇਹ ਮੁਖੀ ਹੈ, ਜਰਨੈਲ ਹੈ ਪੰਜਾਂ ਵਿਕਾਰਾਂ ਦਾ, ਸਭ ਮਾੜੇ ਚੀਜ਼ਾਂ ਦਾ ਇਹ ਮੁਖੀ ਹੈ। ਹੁਸ਼ਿਆਰਪੁਰ ਆ ਕੇ ਧਰਮਸ਼ਾਲਾ 'ਚ ਰਾਤ ਕੱਟੀ, ਉੱਥੇ ਘੋੜੀ ਬੰਨੀ, ਪ੍ਰਸ਼ਾਦਾ ਪਾਣੀ ਛਕਿਆ, ਸੈਰ ਸਪਾਟਾ ਕਰਨ ਬਾਜ਼ਾਰ 'ਚ ਤੁਰ ਗਿਆ, ਗਲੀਆਂ 'ਚ। ਉਹ ਬੇਸਵਾਵਾਂ ਵਾਲੀ ਗਲੀ 'ਚ ਵੜ ਗਿਆ। ਗਾਂਹ ਉਹ ਇਸਤਰੀਆਂ ਸ਼ਿੰਗਾਰ ਕਰਕੇ ਖੜੀਆਂ ਬਨੇਰਿਆਂ 'ਤੇ, ਇਹਦਾ ਵੀ ਧਿਆਨ ਗਿਆ। ਹੰਕਾਰ ਤਾਂ ਆ ਗਿਆ ਸੀ, ਮਗਰ ਕਾਮ ਵੀ ਆ ਗਿਆ। ਕੋ ਸਤਨਾਮ ਸ੍ਰੀ। ਉਸ ਪੌੜੀਆਂ ਨੂੰ ਜਾ ਚੜ੍ਹਿਆ। ਜਦ ਪੌੜੀਆਂ ਵੱਲ ਚੱਲਿਆ ਤੇ ਅੱਗੇ ਤੁਰੰਤ ਇੱਕ ਪਹਿਰੇਦਾਰ ਖੜਾ। ਕਹਿੰਦਾ ਵੀ ਤੂੰ ਕਿੱਧਰ ਚੱਲਿਆ? ਕਹਿੰਦਾ ਮੈਂ ਵੀ ਉੱਤੇ ਜਾਣਾ। ਕਹਿੰਦਾ ਭੱਜ ਇੱਥੋਂ, ਤੇਰਾ ਇੱਥੇ ਕੋਈ ਕੰਮ ਨਹੀਂ ਹੈਗਾ। ਉਹਨੇ ਸੋਚਿਆ ਵੀ ਕਿਸੇ ਅਮੀਰ ਰਾਜੇ ਦਾ, ਕਿਸੇ ਚੌਧਰੀ ਦਾ ਹੋਣਾ ਇਹ ਬੰਦਾ, ਚੱਲ ਆਪਾਂ ਫੇਰ ਆ ਜਾਵਾਂਗੇ। ਜੀ ਨਾ ਲੱਗਿਆ, ਧਰਮਸ਼ਾਲਾ 'ਚ ਆ ਗਿਆ। ਮੁੜ ਕੇ ਘੰਟੇ ਕੁ ਬਾਅਦ ਉੱਠ ਕੇ ਫੇਰ ਤੁਰ ਪਿਆ ਵੀ ਵਾਗੇ ਹੋਣਗੇ ਉਹ ਤਾਂ। ਗਾਂਹ ਗਿਆ, ਫੇਰ ਪਹਿਰੇਦਾਰ ਖੜਾ, ਫੇਰ ਮੁੜ ਆਇਆ। ਤੜਕੇ 3 ਵਜੇ ਉੱਠ ਕੇ ਫੇਰ ਤੁਰ ਪਿਆ। ਪਹਿਰੇਦਾਰ ਕਹਿੰਦਾ ਯਾਰ ਤੂੰ ਹੈ ਕੌਣ ਇੰਨੇ ਗੇੜੇ ਮਾਰਦਾ? ਮੈਨੂੰ ਤੂੰ ਸਿੱਖ ਲੱਗਦਾ। ਆਹ ਸ਼ਬਦ ਜਦੋਂ ਕੰਨ 'ਚ ਪਿਆ, ਤੁਰੰਤ ਹੀ ਦਿਮਾਗ ਦੇ ਵਿੱਚੋਂ ਹੰਕਾਰ ਹੋ ਰਹੀ ਤੇ ਕਾਮ ਹੋ ਰਹੀ ਭੱਜ ਗਏ। ਕਹੋ ਸਤਿ। ਕਹਿੰਦੇ ਯਾਰ ਭੇਤ ਖੁੱਲ੍ਹ ਗਿਆ ਸਾਡਾ। ਮਤਲਬ ਇਹ ਸ਼ਬਦ ਜਦੋਂ ਸਾਡੇ ਕੰਨ 'ਚ ਪੈਂਦਾ ਉਦੋਂ ਸਾਨੂੰ ਗਿਆਨ ਹੁੰਦਾ। ਫਿਰ ਬੰਦੇ ਦੇ ਅੰਦਰੋਂ ਵਿਕਾਰ ਭੱਜਦੇ ਆ। ਜਦੋਂ ਸ਼ਬਦ ਹਿਰਦੇ 'ਚ ਆ ਗਿਆ ਤੇ ਬਾਣੀ ਕੀ ਕਹਿੰਦੀ ਆ? ਉੱਠ ਵੰਝੋ ਕਿਲ ਵੇਖੋ ਕਰਤਾ ਘਰੇ ਆਇਆ। ਇਹ ਕਾਇਆ ਦਾ ਜਿਹੜਾ ਮਾਲਕ ਹੈ ਨਾ ਉਹ ਸ਼ਬਦ ਹੈ। ਜਦੋਂ ਉਹਨੂੰ ਸਹੀ ਸ਼ਬਦ ਮਿਲ ਗਿਆ ਕਾਇਆ ਸੁਖੀ, ਜਦੋਂ ਮਾੜੀ ਸੰਗਤ ਕਰ ਲਈ ਕਾਇਆ ਦੁਖੀ। ਕਾਇਆ ਕਾਮਣ ਸਦਾ ਸੁਹੇਲੀ, ਫਿਰ ਵਸੈ ਜਿਸ ਨਾਲੇ। ਇਸਤਰੀ ਸੁਖੀ ਹੈ ਆਪਣੇ ਪਤੀ ਨਾਲ ਵਸ ਕੇ, ਕਾਇਆ ਸੁਖੀ ਹੈ ਗੁਰੂ ਦੇ ਬਖਸ਼ੇ ਗਿਆਨ ਰੂਪੀ ਸ਼ਬਦ ਨਾਲ ਵਸ ਕੇ। ਕਹੋ ਸਤਨਾਮ ਸ੍ਰੀ। ਕਾਇਆ ਕਾਮਣ ਸਦਾ ਸੁਹੇਲੀ, ਫਿਰ ਵਸੈ ਜਿਸ ਨਾਲੇ। ਇਹ ਕਾਇਆ ਤੇ ਕਾਮਣ ਦੋਨਾਂ ਦੀ ਗੱਲ ਕੀਤੀ ਆ। ਕਾਮਣੀ ਇਸਤਰੀ ਦੀ ਉਦਾਹਰਨ ਹੈ, ਕਾਇਆ ਦੀ ਗੱਲ ਹੈ, ਗੱਲ ਸਰੀਰ ਦੀ ਹੈ। ਗੁਰ ਕਾ ਸ਼ਬਦ ਸੰਭਾਲੇ, ਜਿਹੜੀਆਂ ਆਪਣੇ ਮਾਲਕ ਦਾ ਬਚਨ ਮੰਨਦੀਆਂ। ਇਸਤਰੀ ਵੀ ਬਚਨ ਮੰਨ ਕੇ ਸੁਖੀ ਰਹੂਗੀ ਦੋਨਾਂ ਦੇ ਘਰੇ। ਜੇ ਇੱਕ ਦੂਜੇ ਦੀ ਗੱਲ ਮੰਨਦੇ ਆ ਤਾਂ ਸਵਰਗ ਹੈ, ਜੇ ਨਹੀਂ ਮੰਨਦੇ ਤੇ ਘਰੇ ਹੀ ਨਰਕ ਬਣ ਜਾਣਾ, ਕਿਧਰੇ ਦੂਰ ਜਾਣ ਦੀ ਲੋੜ ਹੀ ਨਹੀਂ ਪੈਣੀ। ਤੋ ਇਸ ਕਰਕੇ ਬਾਬਾ ਜੀ ਕਹਿੰਦੇ ਚਾਨਣ ਹੋਵੇ ਛੋੜੈ ਹਉਮੈ ਮੇਰਾ। ਤੇ ਜਦੋਂ ਹੀ ਪਹਿਰੇਦਾਰ ਨੇ ਕਿਹਾ ਓਏ ਤੂੰ ਮੈਨੂੰ ਸਿੱਖ ਲੱਗਦਾ, ਇੱਧਰ ਕਿੱਧਰ ਚੱਲਿਆ? ਤੁਰੰਤ ਦਿਮਾਗ ਘੁੰਮਿਆ, ਓਹੋ ਮੈਂ ਕਿੱਧਰ ਚੱਲਿਆ ਸੀਗਾ।
ਜਾ ਓਏ ਜੋਗਿਆ, ਕੱਲ ਤੂੰ ਕਹਿੰਦਾ ਸੀ ਮੇਰੇ ਵਰਗਾ ਕੋਈ ਸਿੱਖ ਨਹੀਂ ਜਿਹੜਾ ਘਰ ਵਾਲੇ ਨੂੰ ਵਿਚਾਲੇ ਛੱਡ ਕੇ ਆ ਜੇ, ਤੇ ਅੱਜ ਵੀ ਤੇਰੇ ਵਰਗਾ ਕੋਈ ਸਿੱਖ ਨਹੀਂ ਜਿਹੜਾ ਗੁਰੂ ਨੂੰ ਛੱਡ ਕੇ ਬੇਸਵਾਰੇ ਚੱਲਿਆ ਸੀ। ਕਹੋ ਸਤਨਾਮ ਸ੍ਰੀ। ਨਿੰਮੋ ਝੂਣਾ ਹੋ ਗਿਆ, ਧਰਮਸ਼ਾਲਾ 'ਚ ਆਇਆ, ਸਮਾਨ ਸੰਭਾਲਿਆ, ਧਰਮਸ਼ਾਲਾ ਦੀ ਚਾਬੀ ਸੰਭਾਲੀ ਉਹਨਾਂ ਨੂੰ, ਘੋੜੀ ਖੋਲੀ ਤੇ ਤੁਰ ਪਿਆ। ਪਰ ਹੁਣ ਕੱਲ ਵਰਗਾ ਨਹੀਂ ਹੈ ਸੁਭਾਅ। ਕਹੋ ਸਤਨਾਮ ਸ੍ਰੀ। ਤੁਰਿਆ ਜਾ ਰਿਹਾ ਹੈ, ਗੁਰੂ ਸਾਹਿਬ ਦੇ ਕੋਲ ਪਹੁੰਚਣਾ ਹੈ। ਤੇ ਜਿਸ ਵੇਲੇ ਸ਼੍ਰੀ ਅਨੰਦਪੁਰ ਸਾਹਿਬ ਗਿਆ ਤੇ ਗੁਰੂ ਸਾਹਿਬ ਉਹ ਦੀਵਾਨ ਸਜਾ ਕੇ ਬੈਠੇ ਆ, ਤੇ ਸਾਹਮਣੇ ਆਉਂਦਾ ਤੇ ਪਾਤਸ਼ਾਹ ਜੀ ਇੱਦਾਂ ਟੂਲੇ ਲੈਣ ਲੱਗ ਗਏ ਜਿਵੇਂ ਨੀਂਦ ਆਉਂਦੀ ਹੋਵੇ। ਕੋਲੇ ਬੈਠੇ ਭਾਈ ਆਲਮ ਸਿੰਘ ਹੋਰੀ ਸਿੰਘ ਕਹਿਣ ਲੱਗੇ, ਮਹਾਰਾਜ ਕੀ ਗੱਲ ਰਾਤ ਸੁੱਤੇ ਨਹੀਂ? ਇਤਨੇ ਜੋਗਾ ਨੇੜੇ ਆ ਗਿਆ। ਪਾਤਸ਼ਾਹ ਕਹਿੰਦੇ ਕਾਹਦੇ ਸੁੱਤੇ ਭਾਈ, ਰਾਤ ਤਾਂ ਜੋਗਾ ਹੀ ਤੋਰੀ ਫਿਰਿਆ ਸਾਨੂੰ। ਬਸ ਜੋਗੇ ਨੂੰ ਸਮਝ 'ਚ ਦੇਰ ਨਹੀਂ ਲੱਗੀ ਵੀ ਜਿਹੜਾ ਪਹਿਰੇਦਾਰ ਸੀ ਉਹ ਗੁਰੂ ਆਪ ਗਿਆ ਉੱਥੇ। ਕਹੋ ਸਤਨਾਮ ਸ੍ਰੀ। ਗੁਰੂ ਨੇ ਆਪ ਮੈਨੂੰ ਬੇਸਵਾਰੇ ਚੁਬਾਰੇ ਚੜ੍ਹਨ ਤੋਂ ਰੋਕਿਆ। ਅਸਲ ਵਿੱਚ ਕੋਈ ਪਹਿਰੇਦਾਰ ਨਹੀਂ ਹੋਣਾ ਉੱਥੇ। ਬਸ ਫੇਰ ਕੀ ਸੀ, ਚੰਗਿਆੜ ਨਿਕਲੀ, ਡਿੱਗ ਪਿਆ ਪੈਰਾਂ 'ਚ। ਮਹਾਰਾਜ ਬਖਸ਼ ਲਓ ਬਖਸ਼ ਲਓ। ਕਹਿੰਦੇ ਬਖਸ਼ ਤਾਂ ਲਿਆ ਤੈਨੂੰ, ਜੇ ਨਾ ਬਖਸ਼ਿਆ ਹੁੰਦਾ ਤੂੰ ਉੱਥੇ ਫਸ ਜਾਂਦਾ। ਉਹ ਮੈਂ ਤੈਨੂੰ ਪਰਖਿਆ ਪਰਚੀ ਭੇਜ ਕੇ ਵੇਖਾਂ ਭਲਾ ਵਿਚਾਲੇ ਉੱਠ ਕੇ ਆਉਂਦਾ ਕਿ ਨਹੀਂ, ਤੇ ਤੂੰ ਮੈਨੂੰ ਕਿੱਥੇ ਬੇਸੌਦਾਰੀ ਪਰਖਿਆ। ਪਰ ਕੋਈ ਗੱਲ ਨਹੀਂ, ਆਪਣੀ ਗੱਲਬਾਤ ਹੋਈ ਸੀ ਨਾ, ਸੌਦਾ ਹੋਇਆ ਸੀਗਾ। ਜਦੋਂ ਛੋਟੇ ਜਿਹੇ ਨੂੰ ਛੱਡਣਾ ਆਏ ਮਾਂ ਪਿਓ ਕਹਿੰਦੇ ਜੀ ਇਹ ਬੱਚਾ ਤੁਹਾਡੇ ਕੋਲ ਰਹੂਗਾ, ਇਹਨੂੰ ਸਿੱਖਿਆ ਆ ਜੂਗੀ ਗੁਰਮਤਿ ਦੀ। ਕਹਿੰਦੇ ਠੀਕ ਆ ਭਾਈ। ਔਰ ਆ ਪੁੱਤ? ਹਾਂ ਮਹਾਰਾਜ। ਕੀ ਨਾਂ ਤੇਰਾ? ਕਹਿੰਦਾ ਜੀ ਮੇਰਾ ਨਾਂ ਜੋਗਾ ਹੈ। ਅੱਛਾ ਕਿਹਦੇ ਜੋਗਾ? ਉਹਨੂੰ ਪਤਾ ਹੀ ਛੱਡ ਕੇ ਜਾਣਗੇ ਬਾਪੂ ਹੋਰੀ। ਕਹਿੰਦਾ ਜੀ ਤੁਹਾਡੇ ਜੋਗਾ। ਕਹਿੰਦੇ ਫਿਰ ਤੂੰ ਮੇਰੇ ਜੋਗਾ ਤੇ ਮੈਂ ਤੇਰੇ ਜੋਗਾ। ਇਸੇ ਬਚਨ ਹੋਏ ਬਚਪਨ ਦੇ ਵਿੱਚ, ਉਹ ਬਚਨ ਪੂਰੇ ਕਰਨੇ ਪਏ। ਕਹੋ ਸਤਨਾਮ ਸ੍ਰੀ। ਮਨੋਬਿਰਤੀਆਂ ਉੱਥੇ ਰੱਖੀਏ। ਗੁਰੂ ਦਾ ਸ਼ਬਦ ਸਾਨੂੰ ਐਨ ਮੌਕੇ 'ਤੇ ਬਚਾਉਂਦਾ ਹੈ। ਇਉਂ ਸ਼ਬਦ ਜੇਲ੍ਹ ਵਿੱਚੋਂ ਵੀ ਕੱਢ ਸਕਦਾ ਹੈ। ਕਹੋ ਸਤਨਾਮ ਸ੍ਰੀ। ਜਿਵੇਂ ਗੁਰੂ ਪਿਆਰੋ ਹੈਦਰਾਬਾਦ ਦੀ ਜੇਲ੍ਹ 'ਚੋਂ 2 ਰਾਜਿਆਂ ਨੂੰ ਇੱਕ ਸ਼ਬਦ ਕਰਕੇ 10ਵੇਂ ਪਾਤਸ਼ਾਹ ਕੱਢ ਕੇ ਲਿਆਏ। ਗੁਰ ਕਾ ਸਿੱਖ ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਕਹੋ ਸਤਨਾਮ। ਇਹ ਸ਼ਬਦ ਹੀ ਗਾਇਆ ਉਹਨਾਂ ਨੇ, ਤੇ ਗੁਰੂ ਸਾਹਿਬ ਨੂੰ ਜੇਲ੍ਹ ਵਿੱਚ ਜਾ ਕੇ ਉਹਨਾਂ ਨੂੰ ਕੱਢ ਕੇ ਲਿਆਉਣਾ ਪਿਆ। ਅੱਗੇ ਚੱਲੀਏ। ਪ੍ਰਗਟ ਸ਼ਬਦ ਮਿਟਿਆ ਅੰਧਿਆਰਾ। ਪ੍ਰਗਟ ਸ਼ਬਦ ਹੈ ਸੁਖ ਦਾਤਾ। ਜਦੋਂ ਅੰਦਰ ਸ਼ਬਦ ਪ੍ਰਗਟ ਹੋਇਆ ਤੇ ਉਹਨੇ ਸੁਖ ਦਿੱਤਾ। ਆਂਡਣ ਨਾਮ ਧਿਆਵਣਿਆ, ਚਾਨਣ ਹੋਵੇ ਛੋਡੇ ਹਉਮੈ ਮੇਰਾ। ਜਦੋਂ ਹੀ ਹੰਕਾਰ ਛੱਡਿਆ, ਵਿਕਾਰ ਛੱਡੇ, ਅੰਦਰ ਗਿਆਨ ਹੋ ਗਿਆ। ਗਿਆਨ ਹੁੰਦਿਆਂ ਹੀ ਪ੍ਰਗਟ ਸ਼ਬਦ ਅੰਦਰ ਗੁਰੂ ਦਾ ਸ਼ਬਦ ਪ੍ਰਗਟ ਹੋ ਗਿਆ, ਪੈਦਾ ਹੋ ਗਿਆ। ਉਦੋਂ ਪਹਿਲਾਂ ਜੋਗੇ ਦੇ ਅੰਦਰ ਗੁਰੂ ਦਾ ਸ਼ਬਦ ਖਤਮ ਹੋ ਗਿਆ, ਲੁਕ ਗਿਆ, ਅਲੋਪ ਹੋ ਗਿਆ। ਜਦੋਂ ਬੇਸਵਲ ਚੱਲ ਪਿਆ, ਗੁਰੂ ਦਾ ਸ਼ਬਦ ਪਾਸੇ ਹੋ ਗਿਆ। ਬਹੁਤ ਸਾਰੀਆਂ ਕਹਾਣੀਆਂ ਇਸ ਵਿਸ਼ੇ 'ਤੇ, ਮੈਂ ਕਿਹੜੀਆਂ ਕਿਹੜੀਆਂ ਸੁਣਾਵਾਂ, ਸਮਾਂ ਇਜਾਜ਼ਤ ਨਹੀਂ ਦਿੰਦਾ ਆਪਾਂ ਨੂੰ। ਗੁਰੂ ਅਰਜਨ ਦੇਵ ਜੀ ਕੋਲ ਇੱਕ ਸਿੱਖ ਨੂੰ ਫੜ ਕੇ ਲਿਆਏ। 5-4 ਸਿੱਖ ਬਾਹਾਂ ਤੋਂ ਫੜਿਆ ਘੁੱਟ ਕੇ, ਕਮਲ ਮਾਰਦਾ, ਕੇਸ ਖਿਲੇ ਹੋਏ। ਸਿੱਖ ਕਹਿੰਦੇ ਜੀ ਤੁਹਾਡਾ ਸਿੱਖ ਹੈ, ਇਹਨੂੰ ਬਚਾਓ। ਕੀ ਹੋ ਗਿਆ ਇਹਨੂੰ? ਬਖਸ਼ ਕਰੋ ਮਹਾਰਾਜ, ਕਮਲ ਮਾਰੀ ਜਾਂਦਾ, ਸਿਰ ਘੁਮਾਈ ਜਾਂਦਾ, ਦੇਖੋ ਦਸਤਾਰ ਵੀ ਲਵਾ ਦਿੱਤੀ ਹੈ। ਪਾਤਸ਼ਾਹ ਕਹਿੰਦੇ ਫਿਰ ਮੈਂ ਕੀ ਕਰਾਂ? ਕਹਿੰਦੇ ਮਹਾਰਾਜ ਤੁਸੀਂ ਬਖਸ਼ੋ। ਕਹਿੰਦੇ ਮੈਂ ਕੀ ਬਖਸ਼ਾ ਇਹਨੂੰ? ਇਹ ਮੇਰਾ ਸਿੱਖ ਸੀਗਾ, ਮੈਂ ਇਹਦੇ ਨਾਲ ਸੀ, ਇਹਦੇ ਸਿਰ 'ਤੇ ਸਵਾਰੀ ਸੀ ਮੇਰੀ, ਭਾਵ ਮੇਰਾ ਸ਼ਬਦ ਇਹਦੇ ਨਾਲ ਸੀ। ਇਹ ਜਾਂਦਾ ਜਾਂਦਾ ਕਬਰ ਨੂੰ ਮੱਥਾ ਟੇਕਣ ਬਹਿ ਗਿਆ। ਜਦੋਂ ਇਹਨੇ ਕਬਰ ਨੂੰ ਮੱਥਾ ਟੇਕਿਆ, ਮੈਂ ਪਾਸੇ ਹੋ ਗਿਆ, ਕਬਰ ਵਾਲਾ ਉੱਤੇ ਚੜ੍ਹ ਗਿਆ। ਉਹਨੂੰ ਹੂਟੇ ਲੈਂਦਾ, ਲੈਣ ਦਿਓ ਆਪਾਂ ਨੂੰ ਕੀ। ਕਹੋ ਸਤਨਾਮ ਸੀ। ਜਦੋਂ ਇਸ ਨੇ ਉਸ ਕਿਸੇ ਮਜੌਰ 'ਤੇ ਕਿਸੇ ਕਬਰ 'ਤੇ ਜਾ ਕੇ ਮੈਨੂੰ ਭੁਲਾ ਕੇ ਕਬਰ ਨੂੰ ਮੱਥਾ ਟੇਕਿਆ ਤੇ ਮੈਂ ਪਾਸੇ ਹੋ ਗਿਆ, ਉਹ ਚੜ੍ਹ ਬੈਠਾ। ਤੇ ਮਹਾਰਾਜ ਲਾਹੋ ਉਹਨੂੰ। ਕਹਿੰਦੇ ਫਿਰ ਇਹਨੂੰ ਉਹ ਫਲਾਨੀ ਕਬਰ ਕੋਲੇ ਮੱਥਾ ਟੇਕਿਆ ਨਹੀਂ, ਉੱਥੇ ਲੈ ਜਾਓ ਤੇ ਇਹਨੂੰ ਇਹਦੀ ਜੁੱਤੀ ਫੜਾ ਕੇ ਉਹਦੇ 100 ਜੁੱਤੀਆਂ ਮਾਰੋ ਤੇ ਆਪੇ ਉਤਰ ਜਾਊਗਾ। ਮੰਨਦਿਆਂ ਦੇ ਪੀਰ ਪਰਾਉਣੇ ਜਿਹਨੂੰ ਮੰਨੋਗੇ ਉਹ ਆਊਗਾ ਹੀ ਭਾਈ। ਇਸ ਕਰਕੇ ਗੁਰੂ ਨੂੰ ਮੰਨੋਗੇ ਤਾਂ ਗੁਰੂ ਨੂੰ ਹੀ ਮੰਨੋ। ਕਹੋ ਸਤਨਾਮ। ਫਿਰ ਥਾਂ ਥਾਂ ਮੱਥੇ ਟੇਕਣ ਦੀ ਕਿਹੜੀ ਲੋੜ ਆ? ਇੱਕ ਕਹਾਣੀ ਹੈ ਸਮਝਣ ਵਾਸਤੇ। ਮੇਰੇ ਪ੍ਰੀਤਮ ਜੀ ਕਹਿੰਦੇ ਪ੍ਰਗਟ ਸ਼ਬਦ ਹੈ ਸੁਖ ਦਾਤਾ, ਆਂਡੇ ਨਾਮ ਧਿਆਵਣਿਆ,
ਅੰਤਰ ਜੋਤ ਪ੍ਰਗਟ ਪਸਾਰਾ। ਜਦੋਂ ਹੀ ਜੋਤ ਦਾ ਮਤਲਬ ਦੀਵੇ ਦੀ ਲਾਈਟ ਨਹੀਂ ਹੈ, ਜੋਤ ਦਾ ਮਤਲਬ ਅੰਦਰ ਗਿਆਨ ਹੋ ਗਿਆ ਤੇ ਸਾਰੇ ਪਸਾਰੇ ਦੀ ਸਮਝ ਆ ਗਈ ਵੀ ਦੁਨੀਆ ਕੀ ਆ। ਹਨੇਰੇ ਕਮਰੇ ਵਿੱਚ ਪੇਟੀਆਂ ਅਲਮਾਰੀਆਂ ਬਹੁਤ ਕੁਝ ਪਿਆ, ਦਿਸਦਾ ਕੁਛ ਨਹੀਂ। ਜਦੋਂ ਹੀ ਜੋਤ ਜਗਾਈ, ਦੀਵਾ ਜਗਾਇਆ, ਲਾਈਟ ਜਗਾਈ, ਸਾਰਾ ਕਮਰਾ ਦਿਸਣ ਲੱਗ ਪਿਆ ਕਿੱਥੇ ਕੀ ਪਿਆ। ਇਸੇ ਤਰ੍ਹਾਂ ਜਦੋਂ ਅੰਦਰ ਗੁਰੂ ਦਾ ਗਿਆਨ ਹੋ ਗਿਆ, ਸ੍ਰਿਸ਼ਟੀ ਦੀ ਸਮਝ ਆ ਜਾਣੀ ਹੈ, ਪਸਾਰੇ ਦੀ ਸਮਝ ਆ ਜਾਣੀ ਹੈ। ਗੁਰ ਸਾਖੀ ਮਿਟਿਆ ਅੰਧਿਆਰਾ। ਇਹ ਗੁਰੂ ਦੀਆਂ ਸਾਖੀਆਂ, ਗੁਰੂ ਦਾ ਗਿਆਨ ਜਿਹੜਾ ਸਾਡੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਾ। ਸੁਣ ਸਾਖੀ ਮਨ ਜਾ ਪਿਆਰ, ਅਜਾਮਲ ਉਧਰਿਆ ਕਹੇ ਏਕ ਵਾਰ। ਗਣ ਕਾ ਉਧਰੀ ਹਰ ਕਹੇ ਤੋਤ ਮਨ, ਸਿਮਰ ਤੂੰ ਹੋਹੇ ਮੋਖ ਮਨਾ। ਤੈਨੂੰ ਆ ਸਾਖੀਆਂ ਸੁਣਾਵਾਂ ਜੇ ਤੂੰ ਵੀ ਸਿੱਧੇ ਰਾਹ ਪੈ ਜਾਵੇਂ। ਕਹੋ ਸਤਨਾਮ ਸ੍ਰੀ। ਗੁਰ ਸਾਖੀ ਦਾ ਦੂਸਰਾ ਅਰਥ ਹੈ ਗੁਰੂ ਦੇ ਕੋਲ ਬੈਠ ਕੇ, ਗੁਰੂ ਨੂੰ ਮਿੱਤਰ ਬਣਾ ਕੇ, ਗੁਰੂ ਨੂੰ ਪੁੱਛ ਕੇ ਅਗਿਆਨਤਾ ਦੂਰ ਹੋ ਜਾਣੀ ਆ। ਕਮਲ ਬੇਗਾਸ ਸਦਾ ਸੁਖ ਪਾਇਆ, ਹਿਰਦਾ ਰੂਪੀ ਕਮਲ ਖਿੜ ਜਾਣਾ। ਜਦੋਂ ਗਿਆਨ ਹੋ ਗਿਆ, ਜਦੋਂ ਕਿਸੇ ਵਸਤੂ ਦੀ ਸਮਝ ਨਾਲ ਬੰਦਾ ਦੁਖੀ ਹੋ ਗਿਆ, ਤੁਹਾਡੀ ਗੱਡੀ ਰੋਜ਼ ਤੁਸੀਂ ਚਲਾਉਂਦੇ ਹੋ, ਰਾਹ ਵਿੱਚ ਖਰਾਬ ਹੋ ਗਈ, ਤੁਸੀਂ ਘਬਰਾ ਗਏ, ਹੁਣ ਕੀ ਕਰੀਏ? ਕਿਉਂਕਿ ਤੁਹਾਨੂੰ ਉਹਦਾ ਗਿਆਨ ਨਹੀਂ ਹੈਗਾ। ਕਹੋ ਸਤ। ਜੇ ਤੁਹਾਨੂੰ ਗਿਆਨ ਹੋਵੇ ਤੇ ਉਹ ਜਿਹੜੀ ਤਾਰ ਟੁੱਟੀ ਹੈ ਚੱਕ ਕੇ ਜੋੜ ਦਿਓ। ਤੁਹਾਨੂੰ ਮਿਸਤਰੀ ਸੱਦਣਾ ਪਿਆ, ਬਈ ਆ ਭਾਈ ਰਾਹ 'ਚ ਖੜ੍ਹ ਕੇ ਗੱਡੀ ਠੀਕ ਕਰ। ਹੁਣ ਮਿਸਤਰੀ ਨੂੰ ਗਿਆਨ ਹੈ, ਕਈ ਵਾਰ ਤਾਂ ਮਿਸਤਰੀ ਫੋਨ ਤੇ ਬੈਠਾ ਹੀ ਦੱਸ ਸਕਦਾ ਇਹਦਾ ਫਲਾਣੇ ਥਾਂ ਨੁਕਸ ਪਿਆ, ਉੱਥੋਂ ਸੈੱਟ ਕਰੋ, ਠੀਕ ਹੋ ਜੂਗੀ, ਕਿਉਂਕਿ ਉਹਨੂੰ ਗਿਆਨ ਹੈ, ਉਹਦੇ ਵਾਸਤੇ ਕੋਈ ਹਨੇਰਾ ਨਹੀਂ। ਪਰ ਚਲੋ ਆ ਵੀ ਗਿਆ, ਉਹਨੂੰ ਗਿਆਨ ਹੈ, ਉਹਨੇ ਬੋਨਟ ਚੱਕਿਆ, ਤਾਰ ਜੋੜੀ, ਗੱਡੀ ਚਲਾਤੀ, ਤੁਸੀਂ ਖੁਸ਼ ਹੋ ਗਏ, ਹਿਰਦਾ ਖਿੜ ਗਿਆ ਨਾ, ਗੱਡੀ ਠੀਕ ਹੋ ਗਈ। ਇਵੇਂ ਸਾਡੀਆਂ ਗੱਡੀਆਂ, ਸਰੀਰ ਰੂਪੀ ਗੱਡੀਆਂ, ਇਹ ਖਰਾਬ ਹੈ, ਅਸੀਂ ਦੁਖੀ ਆ, ਇਹਨੂੰ ਗੁਰੂ ਮਿਸਤਰੀ ਠੀਕ ਕਰ ਸਕਦਾ। ਕੋਈ ਸਤਨਾਮ ਸ੍ਰੀ। ਕਮਾਲ ਦੀ ਗੱਲ ਹੈ। ਪ੍ਰੀਤਮ ਜੀ ਕਹਿੰਦੇ ਗੁਰ ਸਾਖੀ ਜਦੋਂ ਗੁਰੂ ਕੋਲ ਹੋਵੇ, ਜਦੋਂ ਇਹ ਕਾਇਆ ਦਾ ਮਿਸਤਰੀ, ਇਹਨੂੰ ਬਣਾਉਣ ਵਾਲਾ ਇੰਜੀਨੀਅਰ ਪਰਮੇਸ਼ਰ ਸਤਿਗੁਰੂ ਦੇ ਰੂਪ 'ਚ ਆਇਆ ਦੁਨੀਆ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਆਇਆ, ਗੁਰੂ ਨਾਨਕ ਦੇ ਰੂਪ 'ਚ ਆਇਆ, ਜਦੋਂ ਉਹ ਕੋਲੇ ਹੋਇਆ ਤੇ ਇਹਨੂੰ ਸੁਖੀ ਕਰ ਦੇਣਾ। ਕਮਲ ਵਿਗਾਸ, ਸਾਡੇ 6 ਕਮਲ ਹੈ। ਰੀੜ੍ਹ ਦੀ ਹੱਡੀ ਦੇ ਹੇਠਲੇ ਸਿਰੇ ਤੇ ਕਮਲ ਹੈ 4 ਪੰਖੜੀਆਂ ਦਾ, ਫਿਰ 8 ਪੰਖੜੀਆਂ ਦਾ, ਫਿਰ 16 ਪੰਖੜੀਆਂ ਦਾ, ਫਿਰ 32 ਪੰਖੜੀਆਂ ਦਾ, ਫਿਰ 64 ਪੰਖੜੀਆਂ ਦਾ, ਫਿਰ ਸਾਡਾ ਦਿਮਾਗ ਹੈ ਸਹਿਸਰਾਰ ਹਜ਼ਾਰਾਂ ਪੰਖੜੀਆਂ ਦਾ। ਕਹੋ ਸਤਨਾਮ ਸ੍ਰੀ। ਫਿਰ ਇਹ ਕਮਲ ਖਿੜ ਗਿਆ, ਕੀ ਦਿਮਾਗ ਖਿੜ ਗਿਆ ਯਾਰ, ਇੱਥੋਂ ਹੀ ਨੁਕ ਸੀਗਾ, ਸਾਨੂੰ ਪਤਾ ਹੀ ਨਹੀਂ ਸੀਗਾ, ਨਹੀਂ ਤਾਂ ਅਸੀਂ ਜੋੜ ਲੈਂਦੇ। ਕਹੋ ਸਤਨਾਮ ਸ੍ਰੀ। ਦਿਮਾਗ ਖੁਸ਼ ਹੋ ਗਿਆ। ਕਮਲ ਵਿਗਾਸ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਵਣਿਆ। ਜਦੋਂ ਸੁਰਤ ਨੂੰ ਸ਼ਬਦ ਨਾਲ ਜੋੜਾਂਗੇ, ਅੰਦਰ ਗਿਆਨ ਪੈਦਾ ਹੋ ਜਾਊਗਾ। ਅੰਦਰ ਮਹਿਲ ਰਤਨੀ ਭਰੇ ਭੰਡਾਰਾ। ਫਿਰ ਪਤਾ ਲੱਗੂ ਕਿ ਸਾਡੀ ਮੱਤ ਵਿੱਚ ਕੀ ਕੁਝ ਪਿਆ। ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਪ੍ਰੀਤਮ ਜੀ ਕਹਿੰਦੇ ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਅਪਾਰਾ। ਉਹ ਭੰਡਾਰਾ ਮਿਲੂਗਾ ਗੁਰੂ ਦਾ ਗਿਆਨ ਲੈ ਕੇ, ਗੁਰੂ ਵਾਲੇ ਬਣ ਕੇ, ਗੁਰਮਤਿ ਅਨੁਸਾਰ ਚੱਲ ਕੇ। ਗੁਰਮੁਖ ਪਾਏ ਨਾਮ ਅਪਾਰਾ, ਗੁਰਮੁਖ ਬਣ ਜੇ ਸਦਾ ਵਪਾਰੀ। ਲਾਹਾ ਨਾਮ ਸਦ ਪਾਵਣਿਆ, ਫਿਰ ਗੁਰਮੁਖ ਬਣ ਕੇ ਵਪਾਰ ਕਰਦੇ ਆ। ਹੁਣ ਆਪਾਂ ਵਪਾਰ ਕਰ ਰਹੇ ਹਾਂ, ਮੈਂ ਦੇ ਰਿਹਾ, ਤੁਸੀਂ ਲੈ ਰਹੇ ਹੋ, ਮੈਂ ਇੱਧਰੋਂ ਗੁਰੂ ਤੋਂ ਲੈ ਰਿਹਾ, ਤੁਹਾਨੂੰ ਦੇ ਰਿਹਾ। ਕੋਈ ਸਤਨਾਮ, ਇਹ ਵਪਾਰ ਹੈ। ਗੁਰਮੁਖਾਂ ਦਾ ਵਪਾਰ ਇਹੀ ਹੈ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ। ਅਮੁੱਲ ਆਵੇ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ। ਇਹ ਸਾਰਾ ਕੁਝ, ਇਸ ਦਾ ਕੋਈ ਮੁੱਲ ਨਹੀਂ ਹੈ। ਅਮੁੱਲ ਤੁਲ ਤੱਕੜੀ ਵੀ ਅਮੁੱਲ ਤੇ ਬੱਟੇ ਵੀ ਅਮੁੱਲ। ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ। ਅਮੁੱਲ ਆਵੇ ਅਮੁੱਲ ਲੈ ਜਾਹੇ। ਤੁਸੀਂ ਲੈ ਜਾਓ, ਇਹਦਾ ਮੁੱਲ ਕੋਈ ਨਹੀਂ ਹੈ। ਪੈਸੇ ਨਾਲ ਨਹੀਂ ਮਿਲਣਾ, ਬਹੁਤ ਮੁੱਲ ਹੈ। ਫ੍ਰੀ 'ਚ ਨਹੀਂ ਮਿਲਣਾਗਾ, ਪੈਸਿਆਂ ਵੱਟੇ ਨਹੀਂ ਮਿਲਣਾ, ਸੁੱਟ ਸ਼ਬਦ ਨਾਲ ਮਿਲ ਕੇ ਮਿਲੂਗਾ। ਕੋਈ ਸਤਨਾਮ ਸ੍ਰੀ। ਅਮੁੱਲ ਤੋਲੇ ਅਮੁੱਲ ਪ੍ਰਵਾਨ, ਅਮੁੱਲ ਆਵੇ ਅਮੁੱਲ ਲੈ ਜਾਹੇ। ਅਮੁੱਲ ਭਾਏ ਅਮੁੱਲਾ ਪ੍ਰੇਮ ਕਰੋਗੇ, ਅਮੁੱਲ ਭਾਏ ਅਮੁੱਲਾ ਸਮਾਹੇ। ਤੁਹਾਡੇ ਅੰਦਰ ਆ ਕੇ ਸੌਦਾ ਸਮਾ ਜਾਊਗਾ। ਇਹੋ ਗੁਰਮੁਖ ਵਪਾਰ ਕਰਦਾ, ਫਿਰ ਨਾਮ ਦਾ ਆਪ ਜਪੇ ਅਵਰੈ ਨਾਮ ਜਪਾਵੇ। ਕਹੋ ਸਤਨਾਮ ਸ੍ਰੀ। ਗੁਰਮੁਖ ਵਣਜ
ਵਣਜੇ ਸਦਾ ਵਪਾਰੀ ਲਾਹਾ ਨਾਮ ਸਦ ਪਾਵਣਿਆ ਆਪੇ ਵੱਥ ਰਾਖੈ ਆਪੇ ਦੇ। ਅਕਾਲ ਪੁਰਖ ਨੇ ਉਹ ਵਸਤੂਆਂ ਸਾਡੇ ਦਿਮਾਗ 'ਚ ਰੱਖੀਆਂ, ਪਰ ਪਈਆਂ ਦੇ ਦਿਮਾਗਾਂ ਨੂੰ ਲੋਕ ਲੱਗੇ ਹੋਏ ਨੇ, ਉਵੇਂ ਮਰ ਜਾਂਦੇ ਆ ਤੇ ਸਰੀਰ ਸਾੜ ਦਿੰਦੇ ਆ। ਕਹੋ ਸਤਨਾਮ। ਔਰ ਕਈਆਂ ਦੇ ਦਿਮਾਗ ਦੇ ਲੋਕ ਖੋਲ੍ਹਤੇ ਗੁਰੂ ਨੇ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਕਰਤੈ ਰੱਖ ਕੇ ਬਾਰ ਦੀਆ ਤਾਲਾ, ਕੁੰਜੀ ਗੁਰ ਸੰਪਾਈ। ਕਰਤੇ ਨੇ ਮਨੁੱਖ ਦੀ ਬੁੱਧੀ ਵਿੱਚ ਬਹੁਤ ਕੁਝ ਰੱਖਿਆ, ਲੋਕ ਲਾਤਾ ਤੇ ਚਾਬੀ ਗੁਰੂ ਨਾਨਕ ਨੂੰ ਫੜਾਤੀ, ਕਹਿੰਦੇ ਜਿਹੜੇ ਜਿਹੜੇ ਆਉਣਗੇ ਖੋਲਦਾ ਜਾਈ। ਕਹੋ ਸਤਨਾਮ ਸ੍ਰੀ। ਹੁਣ ਗੁਰੂ ਕੋਲ ਆਵਾਂਗੇ ਤੇ ਖੋਲੂਗਾ ਬਈ। ਤਾਲਾ ਖਰਾਬ ਹੈ, ਜਾਂ ਤਾਲੇ ਵਾਲੇ ਨੂੰ ਘਰੇ ਸੱਦ ਲਿਆਓ, ਜਾਂ ਤਾਲਾ ਚੱਕ ਕੇ ਉੱਥੇ ਲੈ ਜਾਓ। ਕਹੋ ਸਤਨਾਮ ਸ੍ਰੀ। ਸਾਡੇ ਦਿਮਾਗ ਨੂੰ ਤਾਲੇ ਲੱਗੇ ਹੋਏ ਆ, ਬੁੱਧੀ ਨੂੰ ਚਾਬੀਆਂ ਲੱਗੀਆਂ, ਖੋਲੂਗਾ ਗੁਰੂ। ਪ੍ਰੀਤਮ ਜੀ ਕਹਿੰਦੇ ਆਪੇ ਵੱਥ ਰਾਖੈ, ਪਰਮੇਸ਼ਰ ਨੇ ਰੱਖੀ ਆ। ਪਰਮੇਸ਼ਰ ਗੁਰੂ ਬਣ ਕੇ ਦੱਸਣ ਆ ਗਿਆ। ਆਪੇ ਦੇ ਗੁਰਮੁਖ ਬਣ ਜਾਏ ਕਈ ਕੇ, ਪਰ ਥੋੜੇ ਥੋੜੇ ਕੋਈ ਕੋਈ ਬਿਰਲੇ ਬਿਰਲੇ ਇਹ ਵਪਾਰ ਕਰਦੇ ਨੇ। ਨਾਨਕ ਜਿਸ ਨਦਰ ਕਰੇ ਸੋ ਪਾਏ। ਕੌਣ ਕਰਦੇ ਆ? ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਹੁੰਦੀ। ਵੇਖਦੇ ਨਾ ਤੁਸੀਂ ਸਾਰੇ ਬੈਠੇ ਹੋ, ਪਰ ਕਈ ਆਈ ਜਾਂਦੇ ਆ ਜਾਈ ਜਾਂਦੇ ਆ, ਕਈ ਆਈ ਜਾਂਦੇ ਆ ਜਾਈ ਜਾਂਦੇ ਆ। ਭਾਗਾਂ ਵਾਲੇ ਬੈਠ ਕੇ ਗੱਲ ਸਮਝਦੇ ਆ, ਗੱਲ ਸੁਣਦੇ ਆ। ਕਹੋ ਇਹ ਤੁਹਾਡੇ ਤੇ ਕਿਰਪਾ ਦੀ ਗੱਲ ਹੈ। ਕਹੋ ਸਤਨਾਮ ਸ੍ਰੀ। ਗੁਰਮੁਖ ਬਣ ਜਾਏ ਕਈ ਕੇ, ਹੈਨ ਵਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ ਸਮਾਪਤੀ ਬਲ ਹੋਈਏ। ਨਾਨਕ ਜਿਸ ਨਦਰ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਣਿਆ। ਜੀ ਤੇ ਉਹਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ, ਉਹ ਇਸ ਵਸਤੂ ਨੂੰ ਸਮਝ ਕੇ ਆਪਣੇ ਹਿਰਦੇ ਵਿੱਚ ਮਨ ਵਿੱਚ ਵਸਾ ਲੈਂਦੇ ਹੈ। ਇਹ ਸੀ ਪਵਿੱਤਰ ਸ਼ਬਦ ਦੇ ਵਿਚਾਰ। ਅਗਲਾ ਸ਼ਬਦ ਇਸੇ ਲੜੀ ਨਾਲ ਜੋੜਦਿਆਂ ਹੋਇਆਂ ਸਤਿਗੁਰੂ ਤੀਸਰੇ ਪਾਤਸ਼ਾਹ ਕਹਿੰਦੇ ਹਨ, ਮਾਝ ਮਹੱਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਏ। ਹੁਣ ਬਖਸ਼ਿਸ਼ ਕਰਨੀ ਹੈ, ਲੇਕਿਨ ਬਖਸ਼ਿਸ਼ ਕਰਨ ਤੋਂ ਪਹਿਲਾਂ ਕੁਝ ਮੁੱਲ ਮੰਗਦਾ ਵੀ ਤੂੰ ਮੈਨੂੰ ਕੀ ਦੇਂਗਾ। ਮਹਾਰਾਜ ਕੀ ਦੇਵਾਂ? ਸੇਵਾ ਕਰ। ਧਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈ ਹੈ। ਉਹ ਮਿਲਾਉਂਦੇ ਆਪਦੇ ਨਾਲ, ਪਰ ਕੋਈ ਡਿਊਟੀ ਲਾ ਕੇ, ਸੇਵਾ ਲਾ ਕੇ। ਗੁਰ ਕੇ ਸ਼ਬਦ ਭਾਉ ਦੂਜਾ ਗਵਾਏ, ਫਿਰ ਆਪਣਾ ਸ਼ਬਦ ਦਿੰਦਾ, ਫਿਰ ਸ਼ਬਦ ਦੇ ਨਾਲ ਅੰਦਰੋਂ ਦੂਜਾ ਭਾਉ ਦਵੈਤ ਭਾਵਨਾ ਖਤਮ ਕਰਦਾ। ਭਾਉ ਦੂਜਾ ਜਾਏ, ਹਰ ਨਿਰਮਲ ਸਦਾ ਗੁਣ ਦਾਤਾ, ਹਰ ਗੁਣ ਮੈਂ ਆਪ ਸਮਾਵਣਿਆ। ਇਹੋ ਹਰੀ ਦੇ ਗੁਣ ਗਾਉਂਦੇ ਗਾਉਂਦੇ ਹਰੀ ਦੇ ਰੂਪ ਹੋ ਜਾਈਦਾ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਇਸ ਕਰਕੇ ਇਹ ਅਗਲੇ ਸ਼ਬਦ ਦੇ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ ਜੀ। ਬੋਲਦਿਆਂ ਅਨੇਕਾਂ ਅੱਖਰ ਬਾਅਦ ਕਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਲਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।